ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਅੱਜ ਅਸੀਂ ਗੂਜਰੀ ਕੀ ਵਾਰ ਦੀ ਰਾਗ ਗੂਜਰੀ ਕੀ ਵਾਰ ਦੂਜੀ ਜਿਹੜੀ ਹੈ ਉਹ ਆਰੰਭ ਕਰਾਂਗੇ। ਇਹ ਪਾਵਨ ਵਾਰ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 517 ਤੋਂ ਆਰੰਭ ਹੁੰਦੀ ਹੈ। ਰਾਗ ਗੂਜਰੀ ਵਾਰ ਮਹਿਲਾ ਪੰਜਵਾਂ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਸ਼ਲੋਕ ਮਹਿਲਾ ਪੰਜਵਾਂ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਮ। ਤਾਂ ਇਹ ਵਾਰ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਉਚਾਰਨ ਕੀਤੀ ਹੋਈ ਹੈ ਔਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 517 ਤੋਂ ਆਰੰਭ ਹੁੰਦੀ ਹੈ। ਇੱਕ ਓੰਕਾਰ ਤੋਂ ਭਾਵ ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਕਰਕੇ ਸੰਸਾਰ ਦੀ ਉਤਪਤੀ, ਲੈਤਾ, ਪਾਲਣਾ ਔਰ ਸੰਚਾਲਨ ਹੁੰਦਾ ਹੈ। ਅਦਿਸਤਾ ਜਗਤ, ਜਿਸ ਦਾ ਸਾਰਾ ਰੂਪ ਹੈ। ਸਤ ਦਾ ਮਤਲਬ ਉਹ ਇੱਕ ਅਟਲ ਸੱਚਾਈ ਹੈ, ਸदैव ਹੈ, ਅਬਿਨਾਸ਼ੀ ਹੈ, ਜਿਸ ਦਾ ਕਦੇ ਵਿਨਾਸ਼ ਨਹੀਂ ਹੋਣਾ। ਤੇ ਐਸਾ ਜੋ ਪ੍ਰਭੂ ਹੈ, ਸਰਬ ਵਿਆਪਕ ਹੈ, ਉਹਦੀ ਜਾਣਕਾਰੀ ਕਿਵੇਂ ਮਿਲਦੀ ਹੈ, ਉਸ ਨਾਲ ਜਾਣ ਪਹਿਚਾਨ ਕਿਵੇਂ ਹੁੰਦੀ ਹੈ, ਅਸੀਂ ਉਹਨੂੰ ਕਿਵੇਂ ਪਾ ਸਕਦੇ ਹਾਂ, ਕਿਵੇਂ ਉਸ ਵਿੱਚ ਸਮਾ ਸਕਦੇ ਹਾਂ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਸਦਕਾ, ਭਾਵ ਗੁਰੂ ਦੇ ਗਿਆਨ ਦੇ ਜ਼ਰੀਏ, ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਐਸੇ ਪ੍ਰਭੂ ਦੇ ਨਾਲ ਸਾਡਾ ਸੰਬੰਧ ਬਣਦਾ ਹੈ। ਸ਼ਲੋਕ ਮਹਿਲਾ ਪੰਜਵਾਂ। ਇਹ ਪਾਵਨ ਸ਼ਲੋਕ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੈ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਮ। ਅੰਤਰ ਦਾ ਮਤਲਬ ਮਨ ਵਿੱਚ, ਆਰਾਧਨਾ ਦਾ ਭਾਵ ਹੈ ਯਾਦ ਕਰਨਾ। ਇਹਨੂੰ ਆਰਾਧਨਾ ਨਹੀਂ ਪੜਨਾ, ਨੰਨਾ ਨਹੀਂ ਉਚਾਰਨਾ, ਅਣਾਣਾ ਬੋਲਣਾ ਹੈ। ਆਰਾਧਨਾ, ਅਣਾਣਾ ਉਚਾਰਨ ਦਾ ਯਤਨ ਕਰਨਾ ਹੈ, ਕਿਉਂਕਿ ਆਮ ਆਰਾਧਨਾ ਬੋਲਿਆ ਨੰਨਾ ਬੋਲ ਜਾਂਦਾ ਹੈ। ਅੰਤਰ ਗੁਰ ਆਰਾਧਨਾ, ਆਰਾਧਨਾ ਤੋਂ ਭਾਵ ਯਾਦ ਕਰਨਾ। ਗੁਰ ਨਾਮ ਦਾ ਮਤਲਬ ਗੁਰੂ ਦਾ ਨਾਮ, ਗੁਰੂ ਦੀ ਵਿਚਾਰਧਾਰਾ, ਗੁਰੂ ਦਾ ਗਿਆਨ, ਗੁਰੂ ਦਾ ਉਪਦੇਸ਼, ਗੁਰੂ ਦਾ ਦਿੱਤਾ ਵੇ ਆਫ ਲਾਈਫ। ਤਾਂ ਅੰਤਰ ਗੁਰ ਆਰਾਧਨਾ, ਆਪਣੇ ਅੰਦਰ ਗੁਰੂ ਨੂੰ ਯਾਦ ਕਰਨਾ ਚਾਹੀਦਾ ਹੈ। ਅੰਤਰ ਯਾਦ ਕਰਨ ਦਾ ਮਤਲਬ ਹੈ ਕਿ ਸਾਡੀ ਸੋਚ ਦੇ ਅੰਦਰ ਗੁਰੂ ਵਾਲੀ ਸੋਚ ਹੋਣੀ ਚਾਹੀਦੀ। ਅਸੀਂ ਬਾਹਰੋਂ ਕੀ ਬੋਲਦੇ ਹਾਂ, ਹੁਣ ਜਿਸ ਤਰ੍ਹਾਂ ਮੈਂ ਆਪ ਨਾਲ ਗੁਰਬਾਣੀ ਦੀ ਵਿਚਾਰ ਸਾਂਝੀ ਕਰ ਰਿਹਾ ਹਾਂ, ਲੇਕਿਨ ਹੋ ਸਕਦਾ ਹੈ ਮੇਰੇ ਮਨ ਦੇ ਅੰਦਰ ਵਿਚਾਰ ਕੁਝ ਹੋਰ ਚੱਲ ਰਹੇ ਹੋਣ, ਇਸ ਤੋਂ ਬਿਲਕੁਲ ਉਲਟ ਵਿਚਾਰ ਵੀ ਹੋ ਸਕਦੇ ਨੇ। ਤਾਂ ਮੇਰੀ ਸੋਚ ਦੇ ਅੰਦਰ ਕੀ ਹੈ, ਇਸ ਚੀਜ਼ ਤੇ ਡਿਪੈਂਡ ਕਰੇਗਾ ਕਿ ਮੈਂ ਇਨਸਾਨ ਚੰਗਾ, ਬੁਰਾ, ਗਿਆਨੀ, ਅਗਿਆਨੀ ਕੈਸਾ ਹਾਂ। ਤਾਂ ਅੰਤਰ ਆਤਮੇ ਭਾਵ ਆਪਣੀ ਸੋਚ ਦੇ ਅੰਦਰ ਗੁਰੂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਗੁਰੂ ਨੂੰ ਯਾਦ ਰੱਖਣ ਦਾ ਮਤਲਬ ਗੁਰੂ ਦਾ ਦਿੱਤਾ ਗਿਆਨ, ਗੁਰੂ ਦਾ ਦਿੱਤਾ ਹੋਇਆ ਵੇ ਆਫ ਲਾਈਫ ਯਾਦ ਰੱਖਣਾ ਚਾਹੀਦਾ ਹੈ। ਅੰਦਰ ਆਤਮਾ, ਸੋਚ ਅੰਦਰ, ਚਿੱਤ ਵਿੱਚ। ਜਿਹਵਾ ਜਪ ਗੁਰ ਨਾਮ, ਔਰ ਜੀਭ ਦੇ ਨਾਲ ਗੁਰ ਨਾਮ ਦਾ ਮਤਲਬ ਜੋ ਗੁਰੂ ਦੀ ਵਿਚਾਰਧਾਰਾ ਹੈ, ਜ਼ਬਾਨ ਦੇ ਨਾਲ ਉਹ ਬੋਲਣੇ ਚਾਹੀਦੇ ਨੇ ਜੋ ਗੁਰੂ ਦੇ ਉਪਦੇਸ਼ ਦੇ ਨੇ, ਯਾਨੀ ਗੁਰੂ ਦਾ ਉਪਦੇਸ਼ ਜ਼ਬਾਨ ਦੇ ਨਾਲ ਵੀ ਬੋਲਣਾ ਚਾਹੀਦਾ ਹੈ। ਭਾਵ ਕਿ ਸਾਡੇ ਮਨ ਵਿੱਚ ਵੀ ਗੁਰੂ ਦਾ ਉਪਦੇਸ਼ ਹੋਵੇ ਔਰ ਸਾਡੇ ਬੋਲਾਂ ਦੇ ਅੰਦਰ ਵੀ ਗੁਰੂ ਦਾ ਉਪਦੇਸ਼ ਹੋਵੇ, ਗੁਰੂ ਦੀ ਵਿਚਾਰਧਾਰਾ ਹੋਵੇ। ਨੇਤਰੀ ਸਤਿਗੁਰ ਪੇਖਣਾ, ਇਹਨੂੰ ਨੇਤਰੀ ਨਹੀਂ ਪੜਨਾ, ਬਿੰਦੀ ਲਗਾ ਕੇ ਨੇਤਰੀ। ਨੇਤਰੀ ਦਾ ਮਤਲਬ ਅੱਖਾਂ ਨਾਲ, ਪੇਖਣਾ ਦਾ ਮਤਲਬ ਵੇਖਣਾ। ਸ਼ਰਵਣੀ ਸੁਣਨਾ ਗੁਰ ਨਾਮ, ਇਹਨੂੰ ਸਰਵਣੀ ਨਹੀਂ ਪੜਨਾ, ਸੱਸੇ ਦੇ ਪੈਰ ਥੱਲੇ ਅੱਧਾ ਰਾਰਾ ਹੈ, ਉਸ ਦਾ ਉਚਾਰਨ ਕਰਨਾ ਹੈ ਅੱਧੇ ਰਾਰੇ ਦਾ, ਸ਼ਰਵਣੀ। ਅੱਖਾਂ ਨਾਲ ਗੁਰੂ ਨੂੰ ਵੇਖਣਾ ਔਰ ਕੰਨਾਂ ਦੇ ਨਾਲ ਗੁਰੂ ਦਾ ਉਪਦੇਸ਼ ਸੁਣਨਾ। ਹੁਣ ਅੱਖਾਂ ਦੇ ਨਾਲ ਗੁਰੂ ਨੂੰ ਵੇਖਣਾ, ਇੱਕ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਾਂ ਪਾਠ ਦੀਦਾਰ ਕਰਨਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਦੀਦਾਰ ਨਹੀਂ, ਪਾਠ ਦੀਦਾਰ ਹੈ। ਅਸੀਂ ਰੋਜ਼ ਅਰਦਾਸ ਵਿੱਚ ਕਹਿੰਦੇ ਹਾਂ, ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਯਾਨੀ ਗੁਰੂ ਦੀ ਪਾਵਨ ਬਾਣੀ ਪੜ੍ਹਨੀ, ਪਾਵਨ ਬਾਣੀ ਸੁਣਨੀ। ਤੇ ਦੂਜੀ ਗੱਲ ਹੈ ਵੀ ਅੱਖਾਂ ਦੇ ਨਾਲ ਉਵੇਂ ਵੇਖਣਾ ਜੋ ਨਜ਼ਰੀਆ ਸਾਨੂੰ ਗੁਰੂ ਜੀ ਦਿੰਦੇ ਨੇ। ਹੁਣ ਗੁਰੂ ਜੀ ਸਾਨੂੰ ਕੀ ਨਜ਼ਰੀਆ ਦੇ ਰਹੇ ਨੇ? ਗੁਰੂ ਜੀ ਸਾਨੂੰ ਸਮਝਾ ਰਹੇ ਨੇ, ਸਭ ਮੈਂ ਜੋਤ ਜੋਤ ਹੈ ਸੋਏ। ਜਾਂ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ, ਪਰਤਰੇ ਰੂਪ
ना पेख है नेत्र। यानी अपना नजरिया वो बनाना जो नजरिया गुरुदेव पातशाह सानू दे रहे ने, उस लहजे नाल, उस सोच दे नाल इस संसार नू वेखना। हुण सानू इस संसार दुखां दा घर दिसदा है, आम इंसान नू दुखां दा घर दिस रहा है, इत्थे नैगेटिविटी दिस रही है। ਅਸੀਂ ਇਸ ਸੰਸਾਰ ਨੂੰ ਮੋਹ ਮਾਇਆ ਦੇ ਰੂਪ ਵਿੱਚ ਵੇਖ ਰਹੇ ਹਾਂ, ਪਰ ਗੁਰੂ ਪਾਤਸ਼ਾਹ ਸਾਨੂੰ ਨਜ਼ਰੀਆ ਕਿਹੜਾ ਦੇ ਰਹੇ ਨੇ? ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ। ਯਾਨੀ ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਸਾਰਿਆਂ ਦੇ ਅੰਦਰ ਉਸ ਪ੍ਰਭੂ ਦੀ ਜੋਤ ਨੂੰ ਤੱਕਣਾ, ਕਿਸੇ ਨੂੰ ਜਾਤੀਵਾਦ ਕਰਕੇ ਨੀਵਾਂ ਉੱਚਾ ਨਾ ਵੇਖਣਾ, ਹਰ ਧੀ ਭੈਣ ਨੂੰ ਆਪਣੀ ਧੀ ਭੈਣ ਕਰਕੇ ਜਾਣਨਾ, ਇਸ ਨਜ਼ਰੀਏ ਦੇ ਨਾਲ ਸੰਸਾਰ ਨੂੰ ਵੇਖਣਾ, ਇਹ ਗੁਰੂ ਦਾ ਨਜ਼ਰੀਆ ਅਪਣਾਣਾ। ਸ਼੍ਰਵਣੀ ਸੁਣਨਾ ਗੁਰੂ ਨਾਉ, ਔਰ ਗੁਰੂ ਦਾ ਉਪਦੇਸ਼ ਕੰਨਾਂ ਦੇ ਨਾਲ ਸੁਣਨਾ। ਹੁਣ ਅਸੀਂ ਕੰਨਾਂ ਦੇ ਨਾਲ ਕੀ ਸੁਣਦੇ ਹਾਂ, ਉਹ ਸਾਡੇ ਅੰਦਰ ਜਾਏਗਾ, ਉਹਦੇ ਤੇ ਅਸੀਂ ਅਮਲ ਕਰਾਂਗੇ, ਵੈਸੇ ਅਸੀਂ ਬਣ ਜਾਵਾਂਗੇ। ਜੇ ਅਸੀਂ ਗੁਰੂ ਦਾ ਉਪਦੇਸ਼ ਸੁਣਾਂਗੇ, ਗੁਰਬਾਣੀ ਅਨੁਸਾਰ ਅਸੀਂ ਸਰੋਤ ਸਾਡੀ ਹੋਏਗੀ, ਤਾਂ ਸਾਡੇ ਕੰਨਾਂ ਦੇ ਅੰਦਰ ਸੱਚ ਪਏਗਾ, ਸਾਡੇ ਅੰਦਰ ਵੀ ਸੱਚ ਜਾਏਗਾ, ਔਰ ਅੰਦਰੋਂ ਫਿਰ ਪ੍ਰਗਟ ਵੀ ਸੱਚ ਹੋਏਗਾ। ਇਸ ਲਈ ਨਿੰਦਾ, ਚੁਗਲੀ, ਝੂਠ, ਫਰੇਬ, ਨਕਾਰਾਤਮਕ ਬੋਲ ਬਿਲਕੁਲ ਵੀ ਨਾ ਸੁਣਨੇ। ਬਾਬਾ ਫਰੀਦ ਜੀ ਕਹਿੰਦੇ ਨੇ, ਕੰਨੀ ਗੁੱਜੇ ਦੇ ਰਹਾ ਕਿੱਤੀ ਵੱਗੇ ਪਾਉਣ, ਚਾਹੇ ਨੈਗੇਟਿਵਿਟੀ ਦੀਆਂ ਹਨੇਰੀਆਂ ਚੁਲ ਰਹੀਆਂ ਹੋਣ, ਕਿੰਨੇ ਹੀ ਲੋਕ ਨਿੰਦਾ ਚੁਗਲੀ ਵਾਲੇ ਮਾੜੇ ਬੋਲ ਰਹੇ ਹੋਣ, ਉਹ ਸੁਣਨੇ ਹੀ ਨਹੀਂ, ਕੇਵਲ ਸੱਚ ਸੁਣਨਾ, ਗੁਰੂ ਦਾ ਉਪਦੇਸ਼ ਸੁਣਨਾ। ਸਤਿਗੁਰ ਸੇਤੀ ਰਤਿਆਂ, ਰਤਿਆ ਨਹੀਂ ਰਤਿਆਂ। ਰਤਿਆਂ ਦਾ ਮਤਲਬ ਰੰਗੀਜ ਕੇ ਪਿਆਰ ਕੀਤਿਆਂ। ਹੁਣ ਜੇ ਅਸੀਂ ਪਿਛਲੇ 4 ਜੋ ਗੱਲਾਂ ਦੱਸੀਆਂ ਨੇ, ਜੇ ਅਸੀਂ ਪਿਆਰ ਕਰਾਂਗੇ ਗੁਰੂ ਦੇ ਨਾਲ, ਇਹ ਗੱਲਾਂ ਸੁਣਾਂਗੇ, ਅੱਖਾਂ ਦੇ ਨਾਲ ਗੁਰੂ ਵਾਲਾ ਨਜ਼ਰੀਆ ਹੋਏਗਾ, ਕੰਨਾਂ ਦੇ ਨਾਲ ਅਸੀਂ ਸੱਚ ਸੁਣਾਂਗੇ, ਜ਼ਬਾਨ ਦੇ ਨਾਲ ਅਸੀਂ ਗੁਰੂ ਦਾ ਉਪਦੇਸ਼ ਵਾਲੇ ਬੋਲ ਬੋਲਾਂਗੇ, ਅੰਦਰ ਆਤਮੇ ਭਾਵ ਸਾਡੀ ਸੋਚ ਦੇ ਅੰਦਰ ਗੁਰੂ ਯਾਦ ਹੋਏਗਾ, ਗੁਰੂ ਦਾ ਉਪਦੇਸ਼, ਗੁਰੂ ਦਾ ਗਿਆਨ ਹੋਏਗਾ, ਤਾਂ ਗੁਰੂ ਦੇ ਨਾਲ ਪ੍ਰੀਤ ਬਣੀ। ਤੇ ਜੇ ਇਸ ਤਰ੍ਹਾਂ ਸਾਡੀ ਗੁਰੂ ਦੇ ਨਾਲ ਪ੍ਰੀਤ ਬਣ ਜਾਂਦੀ ਹੈ, ਗੁਰੂ ਦੇ ਪਿਆਰ ਵਿੱਚ ਜੇ ਅਸੀਂ ਰੰਗੇ ਜਾਈਏ, ਸਤਿਗੁਰ ਸੇਤੀ ਰਤਿਆਂ, ਜੇ ਇਸ ਤਰ੍ਹਾਂ ਆਪਣੇ ਗੁਰੂ ਦੇ ਪਿਆਰ ਵਿੱਚ ਰੰਗੇ ਜਾਈਏ, ਤਾਂ ਫਿਰ ਕੀ ਹੁੰਦਾ ਹੈ? ਦਰਗਾਹ ਪਾਈਏ ਠਾਉ, ਰੱਬੀ ਹਜ਼ੂਰੀ ਦੇ ਵਿੱਚ ਥਾਂ ਮਿਲ ਜਾਂਦਾ, ਜਿਸ ਨੂੰ ਅਸੀਂ ਕਹਿੰਦੇ ਹਾਂ ਰੱਬ ਨੂੰ ਪਾਣਾ। ਅਸੀਂ ਰੱਬ ਨੂੰ ਪਾ ਲੈਂਦੇ ਹਾਂ, ਅਸੀਂ ਰੱਬ ਦੇ ਵਿੱਚ ਲੀਨ ਹੋ ਜਾਂਦੇ ਹਾਂ, ਰੱਬੀ ਚਰਨਾਂ ਦੇ ਵਿੱਚ ਟਿਕ ਜਾਂਦੇ ਹਾਂ। ਜਿਸ ਵੀ ਸ਼ਬਦਾਵਲੀ ਨਾਲ ਸਮਝ ਆ ਜਾਏ, ਉਹ ਸ਼ਬਦਾਵਲੀ ਤੁਸੀਂ ਵਰਤ ਸਕਦੇ ਹੋ ਕਿ ਅਸੀਂ ਰੱਬੀ ਰਜਾ ਦੇ ਵਿੱਚ ਗੁਰੂ ਦੇ ਦੱਸੇ ਉਪਦੇਸ਼ ਅਨੁਸਾਰ ਜ਼ਿੰਦਗੀ ਜੀਵਿਆਂ, ਅਸੀਂ ਰੱਬ ਦੇ ਅੰਦਰ ਸਮਾ ਜਾਂਦੇ ਹਾਂ। ਜਿਸ ਵਾਸਤੇ ਭਗਤ ਕਬੀਰ ਜੀ ਕਹਿੰਦੇ ਨੇ, ਅਬ ਤੋਂ ਜਾਏ ਚੜ੍ਹੇ ਸਿੰਘਾਸਨ। ਭਗਤ ਰਵਿਦਾਸ ਜੀ ਕਹਿੰਦੇ ਨੇ, ਤੋ ਹੀ ਮੋਹੀ ਮੋਹੀ ਤੋ ਹੀ ਅੰਤਰ ਕੈਸਾ। ਔਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਉਂ ਜਲ ਮੈਂ ਜਲਾਏ ਖਟਾਨਾ, ਤਿਉਂ ਜੋਤੀ ਮੈਂ ਜੋਤੀ ਸੰਗ ਜੋਤ ਸਮਾਨਾ। ਤਾਂ ਐਵੇਂ ਰੱਬ ਦੇ ਅੰਦਰ ਮਿਲਾਪ ਹੋ ਜਾਂਦਾ। ਹੁਣ ਦੇਖੋ ਕਿੰਨਾ ਸੌਖਾ ਸਾਧਨ ਦੱਸ ਰਹੇ ਨੇ, ਔਰ ਇਹ ਕੰਮ ਅਸੀਂ ਕਰਨੇ ਨੇ, ਕਰ ਰਹੇ ਹਾਂ, ਲੇਕਿਨ ਅਸੀਂ ਆਪਣੀ ਮਰਜ਼ੀ ਮੁਤਾਬਕ ਵੇਖ ਰਹੇ ਹਾਂ, ਆਪਣੀ ਮਰਜ਼ੀ ਮੁਤਾਬਕ ਸੁਣ ਰਹੇ ਹਾਂ, ਆਪਣੀ ਮਰਜ਼ੀ ਮੁਤਾਬਕ ਬੋਲ ਰਹੇ ਹਾਂ, ਆਪਣੀ ਮਰਜ਼ੀ ਮੁਤਾਬਕ ਉਲਟ ਪੁਲਟ ਸੋਚ ਰਹੇ ਹਾਂ। ਸਾਡੀ ਉਸ ਸੋਚ ਨੇ ਸਾਨੂੰ ਨੀਵਾਂ ਬਣਾਇਆ ਹੋਇਆ ਹੈ। ਤੇ ਉਹੀ ਜੇਕਰ ਅਸੀਂ ਅੰਤਰ ਆਤਮੇ ਸੱਚ ਬਾਰੇ ਸੋਚੀਏ, ਗੁਰਬਾਣੀ ਅਨੁਸਾਰ ਸਾਡੀ ਸੋਚ ਹੋ ਜਾਏ, ਜ਼ਬਾਨ ਦੇ ਨਾਲ ਗੁਰਬਾਣੀ ਵਾਲੇ ਅਸੀਂ ਬੋਲ ਬੋਲੀਏ, ਯੂਨੀਵਰਸਲ ਟਰੁੱਥ ਵਾਲੇ, ਅੱਖਾਂ ਦੇ ਨਾਲ ਗੁਰੂ ਦੇ ਨਜ਼ਰੀਏ ਨਾਲ ਇਸ ਸੰਸਾਰ ਨੂੰ ਤੱਕੀਏ, ਔਰ ਕੰਨਾਂ ਦੇ ਨਾਲ ਸੱਚ ਔਰ ਪ੍ਰਭੂ ਦੀ ਸਿਫਤ ਸਲਾਹ ਸੁਣੀਏ, ਗੁਰੂ ਦੇ ਨਾਲ ਪ੍ਰੀਤ ਪਾਈਏ, ਤਾਂ ਦਰਗਾਹ ਪਾਈਏ ਠਾਉ। ਕਿੰਨਾ ਸੌਖਾ ਕੰਮ ਹੈ। ਹੁਣ ਦੇਖੋ, ਇੱਥੇ ਕੁਛ ਵੀ ਸੰਸਾਰ ਨੂੰ ਨਹੀਂ ਛੱਡਣਾ, ਘਰ-ਬਾਰ ਨੂੰ ਨਹੀਂ ਤਿਆਗਣਾ, ਜੰਗਲਾਂ ਵਿੱਚ ਨਹੀਂ ਜਾਣਾ, ਪਹਾੜਾਂ ਤੇ ਨਹੀਂ ਚੜ੍ਹਨਾ। ਕਿੰਨਾ ਸੌਖਾ ਕੰਮ ਹੈ, ਔਰ ਕਿੰਨੀ ਸੌਖੀ ਸਾਡੀ ਜ਼ਿੰਦਗੀ ਹੋ ਸਕਦੀ ਹੈ। ਗੁਰਦੇਵ ਪਾਤਸ਼ਾਹ ਜੀ ਬਚਨ ਕਰਦੇ ਨੇ, ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ, ਕਿ ਇਹ ਦਾਤ ਉਸ ਮਨੁੱਖ ਨੂੰ ਦਿੰਦਾ ਹੈ ਜਿਸ ਤੇ ਮਿਹਰ ਕਰਦਾ ਹੈ। ਸਾਹਿਬ ਵਸਤੂ ਉਸ ਨੂੰ ਦਿੰਦਾ ਹੈ ਜਿਸ ਤੇ ਮਿਹਰ ਕਰਦਾ ਹੈ, ਰਹਿਮਤ ਕਰਦਾ ਹੈ। ਵਤ ਦਾ ਮਤਲਬ ਚੀਜ਼, ਨਿਆਮਤ, ਵਸਤੂ, ਯਾਨੀ ਇਹ ਸੋਚ, ਇਹ ਜ਼ਿੰਦਗੀ ਜੋ ਗੁਰੂ ਪਾਤਸ਼ਾਹ ਜੀ ਨੇ ਦੱਸੀ ਹੈ, ਉਹਨੂੰ ਮਿਲਦੀ ਹੈ ਜਿਹਦੇ ਤੇ ਰਹਿਮਤ ਕਰਦਾ ਹੈ। ਤੇ ਹੁਣ ਰਹਿਮਤ ਨੂੰ ਅਸੀਂ ਸਮਝਣਾ ਹੈ। ਦੇਖੋ, ਰਹਿਮਤ ਪ੍ਰਭੂ ਨੇ ਸਾਡੇ ਤੇ ਕੀਤੀ ਹੋਈ ਹੈ। 4 ਚੁਫੇਰੇ ਉਹਦੀ ਰਹਿਮਤ ਹੀ ਬਰਸ ਰਹੀ ਹੈ।
ਅਸੀਂ ਉਸ ਰਹਿਮਤ ਨੂੰ ਯੂਜ਼ ਕਰਨਾ ਹੈ। ਗੁਰੂ ਦੇ ਗਿਆਨ ਮੁਤਾਬਕ ਅਸੀਂ ਯੂਜ਼ ਕਰਾਂਗੇ ਤਾਂ ਅਸੀਂ ਉਸ ਰਹਿਮਤ ਦੇ ਪਾਤਰ ਬਣ ਜਾ। ਤਾਂ ਜੋ ਰਹਿਮਤ ਦਾ ਪਾਤਰ ਬਣੇਗਾ ਉਹਨੂੰ ਇਹ ਚੀਜ਼ ਮਿਲ ਜਾਏਗੀ। ਜਗ ਮਹਿ ਉੱਤਮ ਕਾਂਢੀਆਂ ਹੈ ਵਿਰਲੇ ਕਈ ਕੇ। ਇਹਨੂੰ ਕਾਢੀਏ ਨਹੀਂ ਪੜਨਾ। ਜੇ ਕਾਢੀਏ ਪੜਾਂਗੇ ਤਾਂ ਕਾਢੀਏ ਦਾ ਮਤਲਬ ਹੋ ਜਾਏਗਾ ਬਾਹਰ ਕੱਢਣਾ। ਲੇਕਿਨ ਇੱਥੇ ਕਾਂਢੀਆਂ ਬਿੰਦੀ ਲਗਾ ਕੇ ਕਾਂਢੀਆਂ ਦਾ ਮਤਲਬ ਹੁੰਦਾ ਹੈ ਗਿਣਨਾ, ਅਖਵਾਣਾ। ਜਗ ਮਹਿ ਉੱਤਮ ਕਾਂਢੀਆਂ ਹੈ ਵਿਰਲੇ ਕਈ ਕੇ। ਅਜਿਹੇ ਬੰਦੇ, ਅਜਿਹੇ ਇਨਸਾਨ ਜਗਤ ਵਿੱਚ ਸ੍ਰੇਸ਼ਟ ਅਖਵਾਉਂਦੇ ਨੇ, ਉੱਤਮ ਅਖਵਾਉਂਦੇ ਨੇ, ਉੱਤਮ ਗਿਣੇ ਜਾਂਦੇ ਨੇ। ਪਰ ਅਜਿਹੇ ਕਿੰਨੇ ਹੁੰਦੇ ਨੇ? ਵਿਰਲੇ ਕਈ ਕੇ। ਕੁਛ ਵਿਰਲੇ ਲੋਕ ਹੁੰਦੇ ਨੇ ਜਿਹੜੇ ਅਜਿਹੀ ਸੋਚ ਵਾਲੇ ਬਣ ਜਾਂਦੇ ਨੇ। ਉਹ ਲੋਕ ਉੱਤਮ ਅਖਵਾਨ ਦੇ ਹੱਕਦਾਰ ਨੇ, ਉਹਨਾਂ ਨੂੰ ਉੱਤਮ ਸ੍ਰੇਸ਼ਟ ਕਿਹਾ ਜਾਂਦਾ ਹੈ। ਉਹ ਲੋਕ ਉੱਤਮ ਔਰ ਸ੍ਰੇਸ਼ਟ ਮਹਾਨ ਅਖਵਾਉਂਦੇ ਨੇ। ਜਿਹੜੇ ਐਸੇ ਇਨਸਾਨ ਨੇ ਉਹ ਵਿਰਲੇ ਤੇ ਦੇਖੋ, ਇਹਨਾਂ ਵਿਰਲਿਆਂ ਦੇ ਅੰਦਰ ਕੋਈ ਵੀ ਸ਼ਾਮਲ ਹੋ ਸਕਦਾ ਹੈ। ਕਿਸੇ ਵਾਸਤੇ ਕੋਈ ਬੈਨ ਨਹੀਂ ਹੈ। ਇਹ ਨਹੀਂ ਕਿ 4-5 ਬੰਦੇ ਹੀ ਹੋ ਸਕਦੇ ਨੇ। ਹਰ ਇਨਸਾਨ ਹੋ ਸਕਦਾ ਹੈ ਜੇ ਉਹ ਚਾਹੇ ਤਾਂ। ਜੇ ਮੈਂ ਚਾਹਾਂ ਤਾਂ ਮੈਂ ਗੁਰਮਤਿ ਅਨੁਸਾਰ ਵੇਖਾਂ, ਬੋਲਾਂ, ਸੁਣਾ, ਸੋਚਾਂ ਤਾਂ ਮੈਂ ਗੁਰੂ ਦੀ ਕਿਰਪਾ ਦਾ ਪਾਤਰ ਬਣ ਗਿਆ। ਜੇ ਤੁਸੀਂ ਚਾਹੁੰਦੇ ਹੋ ਤੁਸੀਂ, ਜੇ ਹੋਰ ਚਾਹੁੰਦੇ ਨੇ ਹੋਰ। ਜੋ ਵੀ ਐਸੇ ਕਰਮ ਕਰੇਗਾ ਉਹ ਇਨਸਾਨ ਚੰਗਾ ਹੋ ਸਕਦਾ ਹੈ ਔਰ ਸਾਨੂੰ ਗੁਰੂ ਦੀ ਚੰਗੇ ਬਣਨ ਵਾਸਤੇ ਪ੍ਰੇਰ ਰਹੇ। ਮਹਿਲਾ ਪੰਜਵਾਂ। ਰੱਖੇ ਰੱਖਣ ਹਾਰ ਆਪ ਉਬਾਰਿਆਨ। ਇਹਨੂੰ ਉਬਾਰੀਅਨ ਨਹੀਂ ਪੜਨਾ। ਉਬਾਰੀਅਨ ਤਾਂ ਬਣੇਗਾ ਜੇਕਰ ਰਾਰੇ ਨਾਲ ਬਿਹਾਰੀ ਹੋਵੇ। ਇਸ ਲਈ ਉਚਾਰਨ ਕਰਨ ਲੱਗਾ ਸਿਹਾਰੀ ਦਾ ਉਚਾਰਨ ਕਰਨਾ ਹੈ। ਉਬਾਰਿਅਨ। ਰੱਖਣ ਹਾਰ ਦਾ ਮਤਲਬ ਰੱਖਣ ਹਾਰ ਨੇ, ਰੱਖਿਆ ਕਰਨ ਵਾਲੇ ਨੇ। ਉਬਾਰਿਅਨ ਦਾ ਮਤਲਬ ਬਚਾ ਲਏ ਨੇ। ਰੱਖਿਆ ਕਰਨ ਵਾਲੇ ਪ੍ਰਭੂ ਨੇ ਆਪ ਐਸੇ ਇਨਸਾਨਾਂ ਨੂੰ ਵਿਕਾਰਾਂ ਤੋਂ ਬਚਾ ਲਿਆ ਹੈ। ਆਪ ਬਚਾ ਲਿਆ ਹੈ। ਤੇ ਕਿਹਨਾਂ ਨੂੰ ਬਚਾਇਆ? ਵਿਕਾਰਾਂ ਤੋਂ ਜਿਨ੍ਹਾਂ ਨੂੰ ਬਚਾਇਆ ਹੈ, ਜਿਨ੍ਹਾਂ ਦੀ ਰੱਖਿਆ ਕੀਤੀ ਹੈ। ਉਹਨਾਂ ਦੀ ਰੱਖਿਆ ਕਿਵੇਂ ਕੀਤੀ ਹੈ? ਉਹ ਢੰਗ ਤਰੀਕਾ ਕੀ ਹੈ? ਤਾਂ ਅਗਲੀ ਪੰਕਤੀ ਵਿੱਚ ਦੱਸਦੇ ਨੇ, ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ। ਗੁਰ ਕੀ ਪੈਰੀ ਪਾਏ ਦਾ ਮਤਲਬ ਗੁਰੂ ਦੀ ਪੈਰੀ ਪਾ ਕੇ, ਗੁਰੂ ਦੇ ਚਰਨੀ ਲਾ ਕੇ, ਮੀਨਸ ਗੁਰੂ ਦੀ ਸ਼ਰਨ ਵਿੱਚ ਰੱਖ ਕੇ, ਗੁਰੂ ਦੇ ਦੱਸੇ ਰਾਹ ਤੇ ਤੋਰ ਕੇ। ਕਾਜ ਸਵਾਰਿਆਂ ਦਾ ਮਤਲਬ ਕਾਜ ਸਵਾਰ ਦਿੱਤੇ ਨੇ। ਯਾਨੀ ਜੇ ਰੱਬ ਨੇ ਵੀ ਸਾਨੂੰ ਤਾਰਨਾ ਹੈ ਨਾ, ਸਾਡੇ ਕਾਰਜ ਸਵਾਰਨੇ ਨੇ, ਵਿਕਾਰਾਂ ਤੋਂ ਰੱਖਿਆ ਕਰਨੀ ਹੈ, ਤਾਂ ਉਹਦੇ ਵਾਸਤੇ ਗੁਰੂ ਦੇ ਚਰਨੀ ਲਾਣਾ ਹੈ। ਭਾਵ ਜੋ ਗੁਰੂ ਦੇ ਦੱਸੇ ਰਾਹ ਤੇ ਚੱਲੇਗਾ ਉਹ ਇਨਸਾਨ ਵਿਕਾਰਾਂ ਤੋਂ ਬਚ ਜਾਏਗਾ। ਰੱਬ ਉਹਨੂੰ ਵਿਕਾਰਾਂ ਤੋਂ ਬਚਾ ਲਏਗਾ, ਉਹਦੀ ਰੱਖਿਆ ਕਰੇਗਾ, ਉਹਦੇ ਕਾਰਜ ਸਮਰ ਜਾਣਗੇ। ਹੁਣ ਕਾਰਜ ਸਮਰ ਜਾਣਗੇ, ਇਹਦੇ ਬਾਰੇ ਆਪਾਂ ਕਈ ਵਾਰ ਪਹਿਲਾਂ ਵਿਚਾਰ ਕਰ ਚੁੱਕੇ ਹਾਂ। ਸਮਰਿਆ ਹੋਇਆ ਕਾਰਜ ਉਹ ਹੁੰਦਾ ਹੈ ਕਿ ਜਿਸ ਮਕਸਦ ਲਈ ਕਾਰਜ ਕੀਤਾ ਜਾਏ ਤਾਂ ਉਹਦਾ ਫਲ ਵੀ ਉਸੇ ਤਰ੍ਹਾਂ ਹੀ ਨਿਕਲੇ। ਜਿਵੇਂ ਅਸੀਂ ਜ਼ਿੰਦਗੀ ਜੀ ਰਹੇ ਹਾਂ, ਬੋਲ ਰਹੇ ਹਾਂ, ਸੁਣ ਰਹੇ ਹਾਂ, ਕੁਛ ਕਿਰਤ ਕਰ ਰਹੇ ਹਾਂ, ਘਰ ਮਕਾਨ ਬਣਾਇਆ ਹੈ, ਵਿਆਹ ਸ਼ਾਦੀ ਕਰਾਈ ਹੈ, ਬੱਚਿਆਂ ਨੂੰ ਜਨਮ ਦਿੱਤਾ ਹੈ, ਕਾਰੋਬਾਰ ਕਰ ਰਹੇ ਹਾਂ। ਕਾਹਦੇ ਵਾਸਤੇ? ਕਿ ਸਾਡੀ ਜ਼ਿੰਦਗੀ ਵਿੱਚ ਖੁਸ਼ੀ ਪੈਦਾ ਹੋ, ਸਾਡੀ ਜ਼ਿੰਦਗੀ ਵਿੱਚ ਸ਼ਾਂਤੀ ਆਏ। ਤਾਂ ਜੇ ਤਾਂ ਸਾਡੀ ਜ਼ਿੰਦਗੀ ਵਿੱਚ ਸ਼ਾਂਤੀ ਹੈ, ਖੁਸ਼ੀ ਹੈ, ਫਿਰ ਤਾਂ ਸਾਡੇ ਕਾਰਜ ਰਾਸ ਹੋ ਗਏ। ਤੇ ਜੇ ਸਾਰੇ ਕਾਰਜ ਕਰਦਿਆਂ ਵੀ ਮਨ ਵਿੱਚ ਪਰੇਸ਼ਾਨੀਆਂ ਨੇ, ਚਿੰਤਾ ਨੇ, ਲੜਾਈਆਂ ਦੰਗੇ ਨੇ, ਤਾਂ ਫਿਰ ਕਾਰਜ ਰਾਸ ਨਾ ਆਏ। ਤਾਂ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰੇਗਾ, ਫਿਰ ਉਹਦੀ ਜ਼ਿੰਦਗੀ ਦੇ ਵਿੱਚ ਵਿਕਾਰ ਨਹੀਂ ਹੋਣਗੇ, ਉਹਦੇ ਜੀਵਨ ਵਿੱਚ ਨਿਰੋਲ ਗੁਣ ਹੋਣਗੇ, ਤਾਂ ਉਸ ਦੀ ਜ਼ਿੰਦਗੀ ਦੇ ਵਿੱਚੋਂ ਸੁੱਖ ਪੈਦਾ ਹੋਣਗੇ, ਉਹਦੀ ਜ਼ਿੰਦਗੀ ਤੋਂ ਸ਼ਾਂਤੀ ਪੈਦਾ ਹੋਊਗੀ। ਹੋਆ ਆਪ ਦਇਆਲ ਮਨਹੁ ਨਾ ਵਿਸਾਰਿਆਨ। ਵਿਸਾਰਿਆਨ ਦਾ ਮਤਲਬ ਹੁੰਦਾ ਵਿਸਾਰ ਦਿੱਤੇ। ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਉੱਤੇ ਉਹ ਆਪ ਦਇਆਵਾਨ ਹੁੰਦਾ ਹੈ, ਉਹਨਾਂ ਨੂੰ ਉਹਨੇ ਆਪਣੇ ਮਨੋਂ ਨਹੀਂ ਵਿਸਾਰਿਆ। ਹੋਆ ਆਪ ਦਇਆਲ ਮਨਹੁ ਨਾ ਵਿਸਾਰਿਆਨ। ਜਿਨ੍ਹਾਂ ਉੱਤੇ ਪ੍ਰਭੂ ਦਇਆਵਾਨ ਹੁੰਦਾ ਹੈ ਉਹਨਾਂ ਨੂੰ ਉਹਨੇ ਆਪਣੇ ਮਨੋਂ ਨਹੀਂ ਵਿਸਾਰਿਆ। ਉਹਨਾਂ ਨੂੰ ਰੱਬ ਨੇ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਹੈ, ਯਾਦ ਵਿੱਚ ਨੇ। ਰੱਬ ਵੀ ਉਹਨਾਂ ਨੂੰ ਆਪਣੇ ਮਨੋਂ ਨਹੀਂ ਭੁਲਾਉਂਦਾ। ਕੌਣ? ਜਿਨ੍ਹਾਂ ਤੇ ਦਇਆਵਾਨ ਹੁੰਦਾ ਹੈ। ਤੇ ਦਇਆਵਾਨ ਕਿਹਨਾਂ ਤੇ ਹੈ? ਜਿਹੜੇ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਨੇ। ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹ ਹਮੇਸ਼ਾ ਹੀ ਰੱਬੀ ਯਾਦ ਵਿੱਚ ਨੇ।
ਸਾਧ ਜਨਾ ਕੈ ਸੰਗ ਭਵਜਲ ਤਾਰਿਅਨ। ਸਾਧ ਜਨਾ ਦਾ ਮਤਲਬ ਜਿਹੜੇ ਗੁਰੂ ਦੇ ਪਿਆਰੇ ਨੇ, ਜੋ ਪ੍ਰਵਾਨ ਨੇ, ਜੋ ਪੰਚ ਨੇ, ਜੋ ਸਿਰਮੌਰ ਨੇ, ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧ ਲਿਆ ਹੈ, ਯਾਨੀ ਜਿਹੜੇ ਚਾਰ ਕੰਮ ਪਹਿਲਾਂ ਦੱਸੇ ਨੇ ਜੋ ਕਰ ਰਹੇ ਨੇ, ਜਿਨ੍ਹਾਂ ਦੀ ਤੱਕਣੀ ਗੁਰਮਤਿ ਅਨੁਸਾਰ ਹੈ, ਜਿਨ੍ਹਾਂ ਦੇ ਬੋਲ ਗੁਰਮਤਿ ਅਨੁਸਾਰ ਨੇ, ਜਿਨ੍ਹਾਂ ਦੀ ਸੋਚ ਗੁਰਮਤਿ ਅਨੁਸਾਰ ਹੈ, ਜਿਨ੍ਹਾਂ ਦੀ ਸਰੋਤ ਗੁਰਮਤਿ ਅਨੁਸਾਰ ਹੈ, ਉਹਨਾਂ ਨੂੰ ਇੱਥੇ ਸਾਧ ਜਨ ਕਹਿ ਰਹੇ ਨੇ। ਗੁਰੂ ਦੇ ਪਿਆਰੇ ਸਿੱਖ, ਪ੍ਰਭੂ ਦੇ ਸੇਵਕ, ਉਹਨਾਂ ਨੂੰ ਉਹਨਾਂ ਦੀ ਸੰਗਤ ਵਿੱਚ ਮਿਲਾ ਕੇ ਪ੍ਰਭੂ ਨੇ ਸੰਸਾਰ ਸਮੁੰਦਰ ਤੋਂ ਤਾਰ ਦਿੱਤਾ ਹੈ। ਯਾਨੀ ਐਸੇ ਇਨਸਾਨਾਂ ਦੀ ਸੰਗਤ ਸਾਨੂੰ ਕਰਨੀ ਚਾਹੀਦੀ ਹੈ। ਐਸੇ ਇਨਸਾਨਾਂ ਦੀ ਜੋ ਸੰਗਤ ਕਰੇਗਾ ਉਹ ਭਵਜਲ ਤੋਂ ਤਰੇਗਾ। ਭਵਜਲ ਦਾ ਮਤਲਬ ਜਿੰਨੇ ਵੀ ਪਾਪ ਵਿਕਾਰ ਨੇ ਉਹਨਾਂ ਤੋਂ ਉਹ ਬੰਦਾ ਬਚ ਜਾਂਦਾ ਹੈ। ਪ੍ਰਭੂ ਨੇ ਉਹਨਾਂ ਨੂੰ ਤਾਰ ਦਿੱਤਾ ਹੈ। ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਅਨ। ਸਾਕਤ ਦਾ ਮਤਲਬ ਰੱਬ ਨਾਲ ਟੁੱਟੇ ਹੋਏ, ਬਿਦਾਰਿਅਨ ਦਾ ਮਤਲਬ ਨਾਸ ਕਰ ਦਿੱਤੇ, ਔਰ ਦੁਸ਼ਟ ਦਾ ਮਤਲਬ ਜੋ ਭੈੜੇ ਇਨਸਾਨ ਨੇ, ਪਾਪ ਵਿਕਾਰ ਕਮਾਉਣ ਵਾਲੇ ਨੇ। ਬਿਦਾਰਿਅਨ ਦਾ ਮਤਲਬ ਨਾਸ ਕਰ ਦਿੱਤੇ ਨੇ। ਜੋ ਰੱਬੀ ਚਰਨਾਂ ਤੋਂ ਟੁੱਟੇ ਨੇ, ਮੀਨਸ ਜੋ ਰੱਬੀ ਗੁਣਾਂ ਦੇ ਧਾਰਨੀ ਨਹੀਂ ਹਨ, ਜੋ ਰੱਬੀ ਰਜਾ ਵਿੱਚ ਨਹੀਂ ਤੁਰਦੇ, ਔਰ ਜੋ ਨਿੰਦਿਆ ਕਰਦੇ ਨੇ, ਬਦਖੋਈ ਕਰਨ ਦੇ ਉੱਤੇ ਹੀ ਸਾਰਾ ਦਿਨ ਜਿਨ੍ਹਾਂ ਦਾ ਸਮਾਂ ਪਾਸ ਹੁੰਦਾ ਹੈ। ਤੇ ਦੁਸ਼ਟ ਦਾ ਮਤਲਬ ਜਿਹੜੇ ਗੰਦੇ ਆਚਰਨ ਵਾਲੇ ਨੇ, ਉਹਨਾਂ ਨੂੰ ਪ੍ਰਭੂ ਨੇ ਇੱਕ ਪਲ ਵਿੱਚ ਹੀ ਮਾਰ ਦਿੱਤਾ ਹੈ, ਮਾਰ ਮੁਕਾਇਆ ਹੈ। ਹੁਣ ਇੱਥੇ ਮਾਰ ਮੁਕਾਉਣ ਦਾ ਮਤਲਬ ਇਹ ਨਹੀਂ ਕਿ ਉਹਨਾਂ ਦਾ ਸਰੀਰ ਮਰ ਜਾਂਦਾ ਹੈ, ਜਾਂ ਉਹਨਾਂ ਦੀ ਮੌਤ ਹੋ ਜਾਂਦੀ ਹੈ, ਜਾਂ ਉਹਨਾਂ ਦੀ ਲੱਤ ਬਾਂਹ ਟੁੱਟ ਜਾਂਦੀ ਹੈ। ਮਾਰ ਦਾ ਮਤਲਬ ਹੈ ਕਿ ਉਹ ਆਤਮਿਕ ਮੌਤ ਤੇ ਮਰ ਜਾਂਦੇ ਨੇ। ਉਹਨਾਂ ਦੇ ਅੰਦਰੋਂ ਇਨਸਾਨੀਅਤ ਮੁੱਕ ਜਾਂਦੀ ਹੈ, ਉਹਨਾਂ ਦਾ ਆਤਮਿਕ ਜੀਵਨ ਖਤਮ ਹੋ ਜਾਂਦਾ ਹੈ। ਉਹਨਾਂ ਇਨਸਾਨਾਂ ਦੀ ਜ਼ਿੰਦਗੀ ਦੇ ਅੰਦਰ ਖੁਸ਼ੀ ਨਹੀਂ ਰਹਿੰਦੀ, ਚੜ੍ਹਦੀ ਕਲਾ ਨਹੀਂ ਰਹਿੰਦੀ, ਆਨੰਦ ਨਹੀਂ ਰਹਿੰਦਾ, ਜ਼ਮੀਰ ਮਰ ਜਾਂਦੀ ਹੈ, ਇਨਸਾਨੀਅਤ ਮਰ ਜਾਂਦੀ ਹੈ। ਇਸ ਤਰ੍ਹਾਂ ਇੱਕ ਪਲ ਦੇ ਅੰਦਰ ਹੀ ਉਹ ਆਤਮਿਕ ਮੌਤ ਤੇ ਮਾਰੇ ਜਾਂਦੇ ਨੇ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ। ਇੱਥੇ ਮੰਨੈ ਨਹੀਂ ਪੜਨਾ, ਬਹੁਤੇ ਨਾਨਕ ਮੰਨੈ ਮਾਹੇ ਪੜਦੇ ਨੇ, ਮੰਨੈ ਨਹੀਂ, ਮਨੈ ਓਲਾ। ਮਨੈ ਦਾ ਮਤਲਬ ਮਨ ਵਿੱਚ, ਟੇਕ ਦਾ ਮਤਲਬ ਆਸਰਾ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਨਾਨਕ ਦੇ ਮਨ ਵਿੱਚ ਵੀ ਉਸ ਮਾਲਕ ਦਾ ਹੀ ਆਸਰਾ ਹੈ। ਗੁਰੂ ਜੀ ਕਹਿ ਰਹੇ ਨੇ ਮੈਂ ਵੀ ਉਸ ਮਾਲਕ ਦਾ ਹੀ ਆਸਰਾ ਲਿਆ ਹੈ, ਮੇਰੇ ਮਨ ਵਿੱਚ ਵੀ ਉਸ ਪ੍ਰਭੂ ਦੀ ਹੀ ਟੇਕ ਹੈ, ਉਹਦਾ ਹੀ ਆਸਰਾ ਹੈ, ਉਹਦਾ ਹੀ ਸਹਾਰਾ ਹੈ, ਉਹਦੇ ਹੀ ਗੁਣ ਨੇ। ਮੈਂ ਵੀ ਉਸ ਰੱਬੀ ਰਜਾ ਦਾ ਆਸਰਾ ਲੈ ਰਿਹਾ ਹਾਂ। ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ। ਕਿਹਦਾ ਆਸਰਾ? ਜਿਸ ਨੂੰ ਸਿਮਰਦਿਆਂ ਸੁਖ ਮਿਲਦਾ ਹੈ। ਸਿਮਰਦਿਆਂ ਦਾ ਮਤਲਬ ਯਾਦ ਰੱਖਿਆ, ਜੇ ਅਸੀਂ ਆਪਣੀ ਸੋਚ ਅੰਦਰ, ਆਪਣੇ ਚੇਤੇ ਵਿੱਚ, ਸੋਚ ਮਾਨਸਿਕਤਾ ਦੇ ਅੰਦਰ ਰੱਬੀ ਗੁਣਾਂ ਨੂੰ ਯਾਦ ਰੱਖੀਏ, ਜਿਸ ਦੇ ਅੰਦਰ ਸਿਰਫ ਪੋਜ਼ਿਟਿਵਿਟੀ ਹੈ, ਜਿਸ ਦੇ ਅੰਦਰ ਸਕਾਰਾਤਮਕ ਸੋਚ ਹੈ, ਜਿਹਦੇ ਅੰਦਰ ਸਤ, ਸੰਤੋਖ, ਦਇਆ, ਧਰਮ ਆਦਿਕ ਸਿਰਫ ਗੁਣ ਨੇ, ਤਾਂ ਉਹਦੇ ਜੀਵਨ ਦੇ ਅੰਦਰ ਤੇ ਸੁੱਖ ਹੀ ਸੁੱਖ ਹੈ ਨਾ। ਉੱਥੇ ਦੁੱਖ ਦਾ ਕਾਰਨ ਹੀ ਨਹੀਂ ਹੈ ਕੋਈ। ਕਿਉਂਕਿ ਜਿੰਨੇ ਵੀ ਦੁੱਖ ਔਰ ਪਰੇਸ਼ਾਨੀਆਂ ਨੇ ਉਹ ਨੈਗੇਟਿਵਿਟੀ ਕਰਕੇ ਨੇ, ਜਾਂ ਉਹ ਪਾਪਾਂ ਔਰ ਵਿਕਾਰਾਂ ਕਰਕੇ ਨੇ। ਇਸ ਲਈ ਗੁਰੂ ਜੀ ਕਹਿੰਦੇ ਹਨ ਮੈਂ ਤਾਂ ਉਸ ਦਾ ਸਹਾਰਾ ਲਿਆ ਹੈ ਜਿਸ ਨੂੰ ਯਾਦ ਕੀਤਿਆਂ, ਜਿਸ ਨੂੰ ਆਪਣੀ ਯਾਦ ਵਿੱਚ ਵਸਾਇਆ, ਸਾਰੇ ਦੇ ਸਾਰੇ ਦੁੱਖ ਚਲੇ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਤਾਂ ਇਹਦਾ ਮਤਲਬ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਵਿੱਚੋਂ ਵੀ ਦੁੱਖ ਖਤਮ ਹੋਣ, ਪਰੇਸ਼ਾਨੀਆਂ ਮੁੱਕਣ, ਤਾਂ ਫਿਰ ਸਾਨੂੰ ਆਪਣੀ ਯਾਦ ਦੇ ਅੰਦਰ, ਸੋਚ ਦੇ ਅੰਦਰ ਨਿਰੋਲ ਰੱਬੀ ਗੁਣ ਵਸਾਣੇ ਚਾਹੀਦੇ ਹਨ। ਪੌੜੀ। ਅਕੁਲ ਨਿਰੰਜਨ ਪੁਰਖ ਅਗੰਮ ਅਪਾਰੀ ਹੈ। ਅਕੁਲ ਜਿਸ ਦੀ ਕੋਈ ਖਾਸ ਕੁਲ ਨਹੀਂ ਹੈ। ਹੁਣ ਕੁਲ ਉਸ ਦੀ ਹੋਏਗੀ ਜੋ ਜੰਮਿਆ ਹੈ। ਲੋਕਾਂ ਨੇ ਬਣਾ ਲਈਆਂ ਨਾ ਕੁੱਲਾਂ, ਉੱਚੀ ਜਾਤ, ਨੀਵੀਂ ਜਾਤ, ਸਾਡੀ ਕੁਲ ਉੱਚੀ, ਫਲਾਣੇ ਦੀ ਕੁਲ ਨੀਵੀਂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹਦੀ ਕੋਈ ਕੁਲ ਨਹੀਂ, ਵਿਸ਼ੇਸ਼ ਕੁਲ ਨਹੀਂ ਹੈ, ਉਹ ਕਿਸੇ ਕੁਲ ਦੇ ਅੰਦਰ ਜਨਮਿਆ ਨਹੀਂ ਹੈ। ਨਿਰੰਜਨ ਦਾ ਮਤਲਬ ਨਿਰਅੰਜਨ, ਜਿਸ ਨੂੰ ਮਾਇਆ ਦੀ ਕਾਲਖ ਨਹੀਂ ਲੱਗਦੀ, ਜੋ ਲਿਪਾਏਮਾਨ ਨਹੀਂ, ਜੋ ਅਲੇਪ ਹੈ। ਪੁਰਖ ਦਾ ਮਤਲਬ ਜੋ ਸਾਰਿਆਂ ਦੇ ਵਿੱਚ ਮੌਜੂਦ ਹੈ, ਸਮਾਇਆ ਹੋਇਆ ਹੈ, ਕਣ ਕਣ ਅੰਦਰ ਸਮਾਇਆ ਹੋਇਆ ਹੈ। ਅਗੰਮ ਦਾ ਮਤਲਬ ਜੋ ਅਪਹੁੰਚ ਹੈ,
ਅਪਾਰੀਏ ਦਾ ਮਤਲਬ ਅਪਾਰ, ਜਿਹਦਾ ਪਾਰਲਾ ਬੰਨਾ ਨਹੀਂ ਲੱਭਿਆ ਜਾ ਸਕਦਾ, ਜਿਹਦਾ ਕੋਈ ਹੱਦ ਬੰਨਾ ਹੀ ਨਹੀਂ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਪ੍ਰਭੂ ਤੇਰੀ ਕੋਈ ਖਾਸ ਕੁਲ ਨਹੀਂ, ਮਾਇਆ ਦੀ ਕਾਲਕ ਤੈਨੂੰ ਲੱਗ ਨਹੀਂ ਸਕਦੀ, ਸਭ ਵਿੱਚ ਮੌਜੂਦ ਹੈ, ਅਪਹੁੰਚ ਹੈ ਤੇ ਬੇਅੰਤ ਹੈ। ਹੁਣ ਇਹ ਸਾਰੇ ਦੇ ਸਾਰੇ ਰੱਬੀ ਗੁਣ ਨੇ, ਔਰ ਉਹ ਪ੍ਰਭੂ ਸਾਡੇ ਸਾਰਿਆਂ ਦੇ ਅੰਦਰ ਹੈ, ਸਮਾਇਆ ਹੋਇਆ ਹੈ। ਇਹਦਾ ਮਤਲਬ ਕਿ ਇਹ ਗੁਣ, ਅਨੰਤ ਗੁਣ ਸਾਡੇ ਅੰਦਰ ਵੀ ਮੌਜੂਦ ਨੇ। ਸਾਨੂੰ ਇਹਨਾਂ ਗੁਣਾਂ ਦੇ ਉੱਤੇ ਅਮਲ ਕਰਨਾ ਚਾਹੀਦਾ ਹੈ। ਔਰ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਸਮਝੀਏ ਤਾਂ ਸਾਨੂੰ ਇੱਥੇ ਇੱਕ ਸੋਚ ਮਿਲੇਗੀ ਕਿ ਸਾਡੀ ਜ਼ਿੰਦਗੀ ਦੇ ਅੰਦਰ ਵੀ ਅਸੀਮ ਸੰਭਾਵਨਾਵਾਂ ਨੇ ਵਿਕਾਸ ਦੀਆਂ, ਖੁਸ਼ੀਆਂ ਦੀਆਂ ਔਰ ਆਨੰਦ ਮੰਗਲ ਪ੍ਰਸੰਨਤਾ ਪਾਉਣ ਦੀਆਂ। ਸੱਚੋ ਸੱਚਾ ਸੱਚ, ਸੱਚ ਨਿਹਾਰੀ ਹੈ। ਸੱਚਾ ਦਾ ਮਤਲਬ ਸਦਾ ਸਥਿਰ ਰਹਿਣ ਵਾਲਾ, ਸੱਚੋ ਸੱਚਾ ਦਾ ਮਤਲਬ ਬਿਲਕੁਲ ਸੱਚਾ। ਨਿਹਾਰੀਏ ਦਾ ਮਤਲਬ ਵੇਖਿਆ ਜਾਂਦਾ ਹੈ, ਦੇਖੀਏ, ਸਮਝੀਏ। ਤੂੰ ਸਦਾ ਹੀ ਕਾਇਮ ਰਹਿਣ ਵਾਲਾ ਹੈ ਤੇ ਸੱਚਮੁੱਚ ਹਸਤੀ ਵਾਲਾ ਵੇਖਣ ਵਿੱਚ ਆਉਂਦਾ ਹੈ। ਇਹ ਨਹੀਂ ਕਿ ਐਵੇਂ ਹੀ ਅਸੀਂ ਸੱਚਾ ਸੱਚਾ ਕਹੀ ਜਾ ਰਹੇ ਹਾਂ, ਸੱਚਮੁੱਚ ਹੀ ਤੂੰ ਸੱਚਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹਕੀਕਤ ਵਿੱਚ ਹੈ, ਹਕੀਕਤ ਵਿੱਚ ਇੱਕ ਸੱਚਾਈ ਹੈ ਔਰ ਸੱਚਾ ਵੇਖਿਆ ਜਾਂਦਾ ਹੈ, ਔਰ ਸਾਨੂੰ ਉਸ ਸੱਚੇ ਨੂੰ ਵੇਖਣਾ ਚਾਹੀਦਾ ਹੈ। ਯਾਨੀ ਸਾਨੂੰ ਅਸਲੀਅਤ ਨੂੰ ਸਮਝਣਾ ਚਾਹੀਦਾ ਹੈ। ਰੱਬ ਇੱਕ ਅਟਲ ਸੱਚਾਈ ਹੈ, ਸਾਨੂੰ ਸੱਚ ਦੇ ਨਾਲ ਜੁੜਨਾ ਚਾਹੀਦਾ ਹੈ। ਮਨ, ਬਚਨ ਔਰ ਕਰਮ ਕਰਕੇ ਸਾਨੂੰ ਸੱਚ ਨੂੰ ਵੇਖਣਾ ਚਾਹੀਦਾ ਹੈ, ਔਰ ਉਹ ਸੱਚਾ ਵੇਖਿਆ ਜਾ ਰਿਹਾ ਹੈ। ਕੂੜ ਨਾ ਜਾਪੈ ਕਿਛ ਤੇਰੀ ਧਾਰੀ ਹੈ। ਜਾਪੈ ਦਾ ਮਤਲਬ ਜਾਪਣਾ, ਦਿਸਣਾ, ਮਾਲੂਮ ਹੋਣਾ। ਜਿਵੇਂ ਆਪਾਂ ਵੇਖਦੇ ਨਾ ਵੀ ਤੈਨੂੰ ਨਹੀਂ ਸੀ ਜਾਪਦਾ, ਜਾਪਦਾ ਦਾ ਮਤਲਬ ਵੀ ਤੈਨੂੰ ਨਹੀਂ ਮਾਲੂਮ ਹੁੰਦਾ, ਤੈਨੂੰ ਨਹੀਂ ਦਿਸਦਾ, ਤੈਨੂੰ ਫੀਲ ਨਹੀਂ ਹੁੰਦਾ। ਜਾਪੇ ਦਾ ਮਤਲਬ ਫੀਲ ਹੋਣਾ। ਕੂੜ ਨਾ ਜਾਪੈ ਕਿਛ ਤੇਰੀ ਧਾਰੀਏ, ਧਾਰੀਏ ਦਾ ਮਤਲਬ ਬਣਾਈ ਹੋਈ, ਜੋ ਤੇਰੇ ਆਸਰੇ ਹੈ। ਸਾਰੀ ਸ੍ਰਿਸ਼ਟੀ ਤੇਰੀ ਰਚੀ ਹੋਈ ਹੈ ਤੇ ਇਹਦੇ ਵਿੱਚ ਕੁਝ ਵੀ ਕੂੜ ਨਹੀਂ ਜਾਪਦਾ ਪਿਆ, ਕੂੜ ਕੁਝ ਵੀ ਫੀਲ ਨਹੀਂ ਹੋ ਰਿਹਾ, ਕੁਝ ਵੀ ਦਿਸ ਨਹੀਂ ਰਿਹਾ ਕਿ ਇੱਥੇ ਕੁਝ ਫਰਜੀ ਹੈ, ਕਿ ਇੱਥੇ ਕੁਝ ਉਕਾਈ ਹੈ। ਕੂੜ ਦਾ ਮਤਲਬ ਕਮੀ। ਇੱਥੇ ਕੋਈ ਉਕਾਈ ਨਹੀਂ ਦਿਸ ਰਹੀ ਤੇਰੀ ਇਸ ਕਾਇਨਾਤ ਦੇ ਅੰਦਰ, ਤੇਰੀ ਇਸ ਰਚਨਾ ਦੇ ਅੰਦਰ ਕੁਝ ਵੀ ਮਹਿਸੂਸ ਨਹੀਂ ਹੋ ਰਿਹਾ ਕਿ ਇੱਥੇ ਕੋਈ ਕਮੀ ਜਾਂ ਇੱਥੇ ਕੋਈ ਦੋਸ਼ ਹੈ ਜਾਂ ਇੱਥੇ ਕੋਈ ਝੂਠ ਹੈ। ਇਹ ਸਾਰਾ ਇੱਕ ਅਟਲ ਪ੍ਰਬੰਧ ਹੈ ਔਰ ਦੋਸ਼ ਰਹਿਤ ਹੈ। ਤਾਂ ਦੇਖੋ, ਜਿਹੜਾ ਪ੍ਰਬੰਧ ਦੋਸ਼ ਰਹਿਤ ਹੋਵੇ ਉਹਦੇ ਅੰਦਰ ਦੋਸ਼ ਰਹਿਤ ਜ਼ਿੰਦਗੀ ਜੀਵੀ ਜਾ ਸਕਦੀ ਹੈ। ਜੇ ਤਾਂ ਕੋਈ ਮੈਨੂਫੈਕਚਰਿੰਗ ਦੋਸ਼ ਹੋਵੇ ਤਾਂ ਉਹਨੂੰ ਤਾਂ ਅਸੀਂ ਠੀਕ ਨਹੀਂ ਕਰ ਸਕਦੇ। ਲੇਕਿਨ ਜਿੱਥੇ ਮੈਨੂਫੈਕਚਰਿੰਗ ਕੋਈ ਕਮੀ ਨਹੀਂ ਹੈ, ਬਣਾਵਟ ਦੇ ਅੰਦਰ ਕੋਈ ਕਮੀ ਨਹੀਂ ਹੈ, ਤਾਂ ਉਹਨੂੰ ਬਿਲਕੁਲ ਕਮੀ ਪੇਸ਼ੀ ਤੋਂ ਬਿਨਾਂ ਯੂਜ਼ ਕੀਤਾ ਜਾ ਸਕਦਾ ਹੈ। ਹਾਂ, ਇਹ ਗੱਲ ਵੱਖਰੀ ਹੈ ਕਿ ਜੋ ਯੂਜ਼ ਕਰਨ ਵਾਲਾ ਹੈ ਉਹਨੂੰ ਗਲਤ ਯੂਜ਼ ਕਰੇ, ਇਹ ਉਹਦੀ ਆਪਣੀ ਮਰਜ਼ੀ ਹੋ ਸਕਦੀ ਹੈ। ਲੇਕਿਨ ਜਿੱਥੇ ਸਭ ਕੁਝ ਠੀਕ ਹੈ ਉਹਨੂੰ ਠੀਕ ਯੂਜ਼ ਕੀਤਾ ਜਾ ਸਕਦਾ ਹੈ। ਤਾਂ ਇਹਦਾ ਮਤਲਬ ਅਸੀਂ ਇੱਥੇ ਬਿਲਕੁਲ ਸੱਚੀ ਸੁੱਚੀ ਜ਼ਿੰਦਗੀ ਜੀ ਸਕਦੇ ਹਾਂ, ਦੋਸ਼ ਰਹਿਤ ਜ਼ਿੰਦਗੀ ਜੀ ਸਕਦੇ ਹਾਂ। ਅਗਲਾ ਵਚਨ ਕਰਦੇ ਨੇ, ਸਭਸੈ ਦੇ ਦਾਤਾਰ ਜੇਤ ਉਪਾਰੀਐ। ਜੇਤ ਦਾ ਮਤਲਬ ਜਿੰਨੀ, ਉਪਾਰੀਏ ਦਾ ਮਤਲਬ ਪੈਦਾ ਕੀਤੀ ਹੋਈ ਸ੍ਰਿਸ਼ਟੀ ਹੈ, ਦੇ ਦਾ ਮਤਲਬ ਦੇਂਦਾ ਹੈ, ਸਭਸੈ ਦਾ ਮਤਲਬ ਸਾਰਿਆਂ ਨੂੰ। ਜਿਤਨੀ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਸਭ ਨੂੰ ਦਾਤ ਦਿੰਦਾ ਹੈ, ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈ, ਜੀਵਨ ਦੇ ਰਿਹਾ ਹੈ। ਔਰ ਹਕੀਕਤ ਹੈ ਇਸ ਦੁਨੀਆ ਵਿੱਚ ਜੋ ਵੀ ਚੀਜ਼ ਹੈ, ਜੋ ਵੀ ਜੀਵ ਜੰਤ ਨੇ, ਉਹਨਾਂ ਸਾਰਿਆਂ ਨੂੰ ਜੀਵਨ ਮਿਲ ਰਿਹਾ ਹੈ। ਉਹ ਪੈਦਾ ਹੀ ਤਾਂ ਹੋਏ ਨੇ ਕਿਉਂਕਿ ਉਹਨਾਂ ਨੂੰ ਜੀਵਨ ਮਿਲਿਆ ਹੈ, ਔਰ ਉਹਨਾਂ ਦੇ ਜੀਵਨ ਲਈ ਇੱਥੇ ਜਗ੍ਹਾ ਹੈ। ਜੀਵਨ ਹੀ ਤਾਂ ਮਿਲਿਆ, ਸਿਸਟਮ ਦੇ ਅੰਦਰ ਸਾਰਾ ਕੁਝ ਹੈ ਔਰ ਉਹਨਾਂ ਨੂੰ ਜੀਣ ਲਈ ਹਰ ਸ਼ੈ ਮਿਲ ਰਹੀ ਹੈ। ਤਾਂ ਉਹ ਦਾਤਾਂ ਦੇਣ ਵਾਲਾ ਹਰ ਜੀਵ ਨੂੰ ਦਾਤਾਂ ਦੇ ਰਿਹਾ ਹੈ ਜੋ ਵੀ ਉਸਨੇ ਪੈਦਾ ਕੀਤੀ ਹੈ। ਇਕਤ ਸੂਤ ਪਰੋਏ ਜੋਤ ਸੰਜਾਰੀ ਹੈ। ਇਕਤ ਸੂਤ ਦਾ ਮਤਲਬ ਇੱਕੋ ਧਾਗੇ ਵਿੱਚ, ਸੂਤ ਦਾ ਮਤਲਬ ਧਾਗਾ, ਸੂਤ ਵਿੱਚ, ਧਾਗੇ ਵਿੱਚ। ਪਰੋਏ ਦਾ ਮਤਲਬ ਪਰੋਇਆ ਹੋਇਆ ਹੈ। ਸੰਜਾਰੀਏ ਦਾ ਮਤਲਬ ਮਿਲਾ ਦਿੱਤੀ ਹੈ।
ਤਾਂ ਸਭ ਨੂੰ ਇੱਕੋ ਹੀ ਹੁਕਮ ਰੂਪ ਧਾਗੇ ਵਿੱਚ ਪਰੋ ਕੇ ਸਾਰਿਆਂ ਦੇ ਅੰਦਰ ਉਹਨੇ ਆਪਣੀ ਜੋਤ ਮਿਲਾਈ ਹੋਈ ਹੈ। ਸਾਰਿਆਂ ਦੇ ਅੰਦਰ ਪ੍ਰਭੂ ਦੀ ਜੋਤ ਮਿਲੀ ਹੋਈ ਹੈ। ਯਾਨੀ ਕੋਈ ਵੀ ਉਸ ਰੱਬ ਤੋਂ ਵੱਖਰਾ ਨਹੀਂ। ਹਰ ਇੱਕ ਇਨਸਾਨ ਰੱਬ ਦਾ ਹੀ ਰੂਪ ਹੈ। ਹਰ ਇੱਕ ਦੇ ਅੰਦਰ ਉਹ ਵਸ ਰਿਹਾ ਹੈ ਤੇ ਪੂਰੀ ਦੁਨੀਆ ਨੂੰ, ਪੂਰੀ ਕਾਇਨਾਤ ਨੂੰ ਇੱਕ ਧਾਗੇ ਦੇ ਵਿੱਚ ਪਰੋਇਆ ਹੋਇਆ ਹੈ। ਧਾਗੇ ਦਾ ਮਤਲਬ ਇੱਥੇ ਹੈ ਹੁਕਮ। ਹੁਕਮ ਦਾ ਮਤਲਬ ਇੱਥੇ ਹੈ ਸਿਸਟਮ, ਕਿ ਪੂਰੀ ਦੀ ਪੂਰੀ ਕਾਇਨਾਤ ਇੱਕ ਸਿਸਟਮ ਦੇ ਅੰਦਰ ਪਰੁਚੀ ਹੋਈ ਹੈ। ਉਸ ਹੁਕਮ ਤੋਂ ਬਾਹਰ ਇਸ ਦੁਨੀਆ ਦੇ ਅੰਦਰ ਕੋਈ ਵੀ ਕੰਮ ਨਹੀਂ ਕਰ ਸਕਦਾ। ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਸਾਰੀ ਕਾਇਨਾਤ ਹੁਕਮ ਦੇ ਅੰਦਰ ਹੈ, ਸਿਸਟਮ ਦੇ ਅੰਦਰ ਹੈ। ਜਿਹੜੇ ਸਿਸਟਮ ਨੂੰ ਸਹੀ ਫੋਲੋ ਕਰਦੇ ਨੇ ਉਹ ਮਹਾਨ ਇਨਸਾਨ ਹੋ ਜਾਂਦੇ ਨੇ। ਜਿਹੜੇ ਸਿਸਟਮ ਨੂੰ ਗਲਤ ਢੰਗ ਨਾਲ ਪ੍ਰਯੋਗ ਕਰਦੇ ਨੇ ਉਹਨਾਂ ਦਾ ਜੀਵਨ ਗਲਤ ਹੋ ਜਾਂਦਾ ਹੈ। ਜਿਵੇਂ ਕੰਨਾਂ ਨੇ ਸੁਣਨਾ ਹੈ, ਤਾਂ ਜੇ ਕੋਈ ਪੋਜ਼ਿਟਿਵ ਬੋਲ ਸੁਣਨੇ ਸ਼ੁਰੂ ਕਰਦਾ ਹੈ, ਸੱਚ ਦੀ ਗੱਲ ਸੁਣੇ, ਤਾਂ ਉਹਦੇ ਅੰਦਰ ਸੱਚਾਈ ਆਦਿਕ ਆ ਜਾਏਗੀ। ਸਿਸਟਮ ਹੈ ਨਾ, ਜੋ ਸੁਣਾਂਗੇ ਉਹੀ ਅੰਦਰ ਜਾਣਾ ਹੈ। ਤੇ ਜੇ ਕੋਈ ਨਿੰਦਾ, ਝੂਠ, ਚੁਗਲੀ, ਫਰੇਬ ਸੁਣਨੇ ਸ਼ੁਰੂ ਕਰਦਾ ਹੈ, ਉਹਦੀ ਜ਼ਿੰਦਗੀ ਉਹੋ ਜਿਹੀ ਹੋ ਜਾਏਗੀ। ਹੈ ਸਾਰਾ ਹੁਕਮ ਦੇ ਵਿੱਚ ਹੀ ਹੈ। ਹੁਕਮੇ ਭਵਜਲ ਮੰਝ ਹੁਕਮੇ ਤਾਰੀਏ। ਮੰਝ ਦਾ ਮਤਲਬ ਵਿੱਚ ਆਪਣੇ ਹੁਕਮ ਅੰਦਰ ਹੀ ਉਹਨੇ ਜੀਵਾਂ ਨੂੰ ਸੰਸਾਰ ਸਮੁੰਦਰ ਵਿੱਚ ਫਸਾਇਆ ਹੋਇਆ ਹੈ ਔਰ ਹੁਕਮ ਅੰਦਰ ਹੀ ਇਸ ਵਿੱਚੋਂ ਤਾਰਦਾ ਹੈ। ਯਾਨੀ ਸੰਸਾਰ ਸਮੁੰਦਰ ਵਿੱਚ ਡੁੱਬਣਾ ਔਰ ਇਹਦੇ ਤੋਂ ਪਾਰ ਨਿਕਲ ਜਾਣਾ, ਇਹ ਸਾਰਾ ਕੁਝ ਹੁਕਮ ਦੇ ਅੰਦਰ ਹੈ। ਹੁਕਮ ਦਾ ਮਤਲਬ ਹੈ ਸਿਸਟਮ। ਸਿਸਟਮ ਦੇ ਵਿੱਚ ਹੀ ਬੰਦਾ ਡੁੱਬ ਜਾਂਦਾ ਹੈ, ਸਿਸਟਮ ਦੇ ਅੰਦਰ ਹੀ ਤਰ ਜਾਂਦਾ ਹੈ। ਜੇ ਤਾਂ ਉਹ ਸਿਸਟਮ ਨੂੰ ਸਹੀ ਫਾਲੋ ਕਰ ਰਿਹਾ ਹੈ ਫਿਰ ਤਾਂ ਉਹ ਪਾਰ ਨਿਕਲ ਜਾਏਗਾ। ਤੇ ਦੂਜਾ ਸਿਸਟਮ ਇਹ ਹੈ ਨਾ ਵੀ ਜੇ ਕੋਈ ਘੁੰਮਣ ਘੇਰੀ ਵਿੱਚ ਕਿਸ਼ਤੀ ਫਸ ਗਈ ਤੇ ਉਹ ਘੁੰਮਣ ਘੇਰੀ ਨੇ ਉਹ ਚੀਜ਼ ਨੂੰ ਥੱਲੇ ਲੈ ਜਾਣਾ, ਭਾਵੇਂ ਉਹ ਕਿਸ਼ਤੀ ਵਿੱਚ ਕੋਈ ਵੀ ਹੈ। ਕਿੰਨੇ ਸਾਰੇ ਹਰੀਕੇ ਪੱਤਨ ਤੇ ਕਿਸ਼ਤੀ ਡੁੱਬਦੀ ਸੀ ਨਾ, ਉਹਦੇ ਵਿੱਚ ਕਿੰਨੇ ਸਾਰੇ ਜਿਹੜੇ ਇਨਸਾਨ ਸਨ, ਸਿੱਖ ਸਨ, ਉਹ ਪਾਣੀ ਦੇ ਭੇਟਾ ਚੜ ਗਏ, ਮੌਤ ਹੋ ਗਈ। ਕਿਉਂਕਿ ਉਹ ਸਿਸਟਮ ਹੈ ਵੀ ਜਿਹੜੀ ਵੀ ਕਿਸ਼ਤੀ ਘੁੰਮਣ ਘੇਰੀ ਦੇ ਵਿੱਚ ਫਸ ਗਈ ਉਹਨੇ ਡੁੱਬ ਜਾਣਾ। ਹੁਣ ਉਸ ਕਿਸ਼ਤੀ ਦੇ ਵਿੱਚ ਕੌਣ ਬੈਠਾ ਹੈ ਇਹਦੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੈ। ਤੇ ਜਿਹੜੀ ਕਿਸ਼ਤੀ ਘੁੰਮਣ ਘੇਰੀ ਤੋਂ ਦੂਰ ਸਹੀ ਰਾਸਤੇ ਵਿੱਚ ਜਾ ਰਹੀ ਹੈ ਉਹ ਪਾਰ ਉਤਰ ਜਾਏਗੀ। ਇਸੇ ਨੂੰ ਕਹਿੰਦੇ ਨੇ ਹੁਕਮ ਦੇ ਅੰਦਰ ਡੁੱਬਣਾ, ਹੁਕਮ ਦੇ ਅੰਦਰ ਤਰਨਾ। ਯਾਨੀ ਜੋ ਸਹੀ ਸਿਸਟਮ ਨੂੰ ਫੋਲੋ ਕਰ ਰਿਹਾ ਹੈ ਉਹ ਉਸੇ ਸੰਸਾਰ ਵਿੱਚ ਰਹਿੰਦਾ, ਉਸੇ ਸਿਸਟਮ ਵਿੱਚ ਪਾਰ ਉਤਰ ਜਾਂਦਾ ਹੈ। ਤੇ ਜੋ ਲੋਕ ਸਿਸਟਮ ਨੂੰ ਸਹੀ ਫੋਲੋ ਨਹੀਂ ਕਰਦੇ, ਇਸੇ ਸੰਸਾਰ ਅੰਦਰ ਵਿਕਾਰਾਂ ਦੇ ਅੰਦਰ ਉਹ ਗਰਕ ਹੋ ਜਾਂਦੇ। ਪ੍ਰਭ ਜੀਓ ਤੁਧ ਧਿਆਏ ਸੋਏ ਜਿਸ ਭਾਗ ਮਥਾਰੀਏ। ਮਥਾਰੀਏ ਦਾ ਮਤਲਬ ਮੱਥੇ ਤੇ। हे ਪ੍ਰਭੂ, ਤੈਨੂੰ ਉਹ ਮਨੁੱਖ ਹੀ ਸਿਮਰਦਾ ਹੈ ਜਿਸ ਦੇ ਮੱਥੇ ਤੇ ਭਾਗ ਨੇ, ਜਿਸ ਦੇ ਮੱਥੇ ਤੇ ਲੇਖ ਲਿਖੇ ਨੇ। ਹੁਣ ਲੇਖ ਲਿਖਣ ਦਾ ਮਤਲਬ ਇਹ ਨਹੀਂ ਕਿ ਰੱਬ ਨੇ ਕਿਸੇ ਦੇ ਮੱਥੇ ਤੇ ਲੇਖ ਲਿਖ ਕੇ ਭੇਜਿਆ ਹੈ ਵੀ ਤੂੰ ਗਾਏਗਾ ਤੇ ਤੂੰ ਨਹੀਂ ਗਾਏਗਾ, ਤੂੰ ਚੰਗਾ ਹੋਏਗਾ ਤੇ ਤੂੰ ਮੰਦਾ ਹੋਏਗਾ। ਫਿਰ ਜੇਕਰ ਇਹ ਗੱਲ ਹੈ ਫਿਰ ਤਾਂ ਦੋਸ਼ੀ ਰੱਬ ਹੈ, ਫਿਰ ਤਾਂ ਸਾਨੂੰ ਕੁਝ ਕਰਨ ਦੀ ਲੋੜ ਨਹੀਂ, ਕਿਉਂਕਿ ਜਿਵੇਂ ਉਹਨੇ ਮੱਥੇ ਤੇ ਲੇਖ ਲਿਖ ਦਿੱਤਾ ਹੈ ਉਵੇਂ ਹੀ ਹੋਣਾ ਹੈ। ਪਰ ਗੱਲ ਇਹ ਨਹੀਂ ਹੈ। ਮੱਥੇ ਤੇ ਲੇਖ ਇਸ ਸਿਸਟਮ ਦੇ ਵਿੱਚ ਹੀ ਲਿਖੇ ਜਾਂਦੇ ਨੇ। ਕਿਵੇਂ ਲਿਖੇ ਜਾਂਦੇ ਨੇ ਇਹ ਵਿਚਾਰ ਆਪਾਂ ਕਈ ਵਾਰ ਕਰ ਚੁੱਕੇ ਹਾਂ ਕਿ ਜੋ ਅਸੀਂ ਕਲਪਨਾ ਕਰਦੇ ਹਾਂ, ਜੋ ਅਸੀਂ ਸੋਚਦੇ ਹਾਂ, ਜੋ ਅਸੀਂ ਬੋਲਦੇ ਹਾਂ, ਜੋ ਵੀ ਅਸੀਂ ਕਰਮ ਕਰਦੇ ਹਾਂ, ਸਾਡੇ ਅੰਦਰ ਸੰਸਕਾਰ ਪੈਦਾ ਹੋਈ ਜਾਂਦੇ ਨੇ। ਅਸੀਂ ਇਹਨਾਂ ਚੀਜ਼ਾਂ ਨੂੰ ਬਾਰ-ਬਾਰ ਰਿਪੀਟ ਕਰਦੇ ਹਾਂ। ਹੌਲੇ-ਹੌਲੇ ਉਹ ਸਾਡੀਆਂ ਆਦਤਾਂ ਬਣ ਜਾਂਦੀਆਂ ਨੇ, ਸਾਡਾ ਸੁਭਾਅ ਬਣ ਜਾਂਦਾ ਹੈ। ਉਸ ਸੁਭਾਅ ਮੁਤਾਬਕ ਹੀ ਫਿਰ ਅਸੀਂ ਅਗਲੇ ਕਰਮ ਕਰਦੇ ਹਾਂ ਤੇ ਉਹਨਾਂ ਕਰਮਾਂ ਮੁਤਾਬਕ ਹੀ ਸਾਨੂੰ ਫਲ ਮਿਲਦਾ ਹੈ। ਤਾਂ ਲੇਖ ਦਾ ਮਤਲਬ ਸੰਸਕਾਰ ਹੋ ਗਏ ਨਾ। ਤਾਂ हे ਪ੍ਰਭੂ, ਜਿਨ੍ਹਾਂ ਨੇ ਆਪਣੇ ਮਸਤਕ ਤੇ ਚੰਗੇ ਸੰਸਕਾਰ ਲਿਖੇ ਨੇ ਉਹੀ ਤੈਨੂੰ ਸਿਮਰਦੇ ਨੇ, ਉਹੀ ਤੈਨੂੰ ਯਾਦ ਕਰਦੇ ਨੇ, ਉਹੀ ਤੈਨੂੰ ਆਪਣੇ ਧਿਆਨ ਵਿੱਚ ਵਸਾਉਂਦੇ ਨੇ। ਤੂੰ ਉਹਨਾਂ ਦੇ ਧਿਆਨ ਅੰਦਰ ਸਦਾ ਲਈ ਵਸ ਜਾਂਦਾ ਹੈ। ਤੇਰੀ ਗਤ ਮਿਤ ਲਖੀ ਨਾ ਜਾਏ, ਹੋਂ ਤੁਧ ਬਲਿਹਾਰੀਏ। ਗਤ ਦਾ ਮਤਲਬ ਹਾਲਤ, ਮਿਤ ਦਾ ਮਤਲਬ ਮਿਣਤੀ, ਅੰਦਾਜ਼ਾ। ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ ਕਿ ਤੂੰ ਕਿਹੋ ਜਿਹਾ ਹੈ ਔਰ ਕਿਹੜਾ ਵੱਡਾ ਹੈ। ਨਾ ਤਾਂ ਤੇਰੀ ਉੱਚੀ ਅਵਸਥਾ ਬਿਆਨ ਕੀਤੀ ਜਾ ਸਕਦੀ ਹੈ ਕਿ ਤੇਰੀ ਸੋਚ, ਤੇਰੀ ਅਵਸਥਾ ਕਿੰਨੀ ਉੱਚੀ ਹੈ, ਕਿੰਨੇ ਤੂੰ ਵਿਸ਼ਾਲ ਜਿਗਰੇ ਵਾਲਾ ਹੈ, ਕਿਹੜਾ ਤੂੰ ਵੱਡਾ ਹੈ। ਇਹ ਚੀਜ਼ਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਕਿ ਤੂੰ ਕਿਹੋ ਜਿਹਾ ਹੈ ਔਰ ਕਿਹੜਾ ਵੱਡਾ ਹੈ। ਅੰਤ ਨਹੀਂ ਪਾਇਆ ਜਾ ਸਕਦਾ।
ਹਉ ਤੁਧ ਬਲਿਹਾਰੀਏ ਦਾ ਮਤਲਬ ਮੈਂ ਤੇਰੇ ਤੋਂ ਸਦਕੇ ਜਾਂਦਾ, ਤੇਰੇ ਤੋਂ ਮੈਂ ਕੁਰਬਾਨ ਹੁੰਦਾ, ਤੇਰੇ ਚਰਨਾਂ ਵਿੱਚ ਝੁਕਦਾ ਹਾਂ। ਭਾਵ ਕਿ ਮੈਂ ਆਪਣੇ ਬਲ ਨੂੰ ਹਾਰ ਕੇ ਤੇਰੇ ਹੁਕਮ ਰਜ਼ਾ ਦੇ ਅੰਦਰ ਤੁਰਦਾ ਹਾਂ। ਮੈਂ ਤੈਥੋਂ ਕੁਰਬਾਨ, ਤੈਥੋਂ ਵਾਰਨੇ, ਤੈਥੋਂ ਸਦਕੇ, ਤੈਥੋਂ ਕੋਲ ਕਮਾਈ ਹਾਂ। ਮੈਂ ਤੇਰੇ ਨਾਲ ਪ੍ਰੀਤ ਪਾਉਂਦਾ ਹਾਂ, ਤੇਰੇ ਹੁਕਮ ਰਜ਼ਾ ਦੇ ਅੰਦਰ ਤੁਰਦਾ ਹਾਂ। ਤੂੰ ਵੱਡਾ ਹੈ, ਮਹਾਨ ਹੈ, ਕਿੱਡਾ ਵੱਡਾ ਹੈ, ਇਹਦਾ ਅੰਤ ਨਹੀਂ ਪਾਇਆ ਜਾ ਸਕਦਾ, ਤੂੰ ਅਨੰਤ ਹੈ। ਸ਼ਲੋਕ ਮਹਿਲਾ ਪੰਜਵਾਂ। ਜਾਂ ਤੂੰ ਤੁਸਹਿ ਮਿਹਰਵਾਨ, ਅਚਿੰਤ ਵਸਹਿ ਮਨ ਮਾਹੇ। ਤੁਸਹਿ ਨੂੰ ਬਿੰਦੀ ਲਗਾ ਕੇ ਪੜਾਂਗੇ ਤੁਸਹਿ। ਤੁਸਹਿ ਦਾ ਮਤਲਬ ਤਰੁੱਠਦਾ ਹੈ। ਵਸਹਿ ਬਿੰਦੀ ਲਗਾ ਕੇ ਪੜਾਂਗੇ ਦਾ ਮਤਲਬ ਵਸਦਾ ਹੈ, ਆਵਸਤਾ ਹੈ। ਜਾਂ ਤੂੰ ਤੁਸਹਿ ਮਿਹਰਵਾਨ, ਅਚਿੰਤ ਦਾ ਮਤਲਬ ਅਚਨਚੇਤ, ਬਿਨਾਂ ਕਿਸੇ ਯਤਨ ਤੋਂ ਹੀ, ਬਿਨਾਂ ਕਿਸੇ ਵੱਖਰੇ ਜਿਹੜੇ ਆ ਯਤਨ ਮਨਹੱਟ ਵਾਲੇ ਕਰਨੇ ਨੇ, ਇਹਨਾਂ ਮਨਹੱਟੀ ਕਰਮਾਂ ਤੋਂ ਬਿਨਾਂ ਹੀ। हे ਪ੍ਰਭੂ, ਜਦ ਤੂੰ ਮਿਹਰਬਾਨ ਹੋ ਜਾਏ ਤਾਂ ਤੂੰ ਸਹਿਜ ਸੁਭਾਅ ਹੀ ਜੀਵਾਂ ਦੇ ਮਨ ਵਿੱਚ ਆਵਸਤਾ ਹੈ। ਅਚਿੰਤ ਸਹਿਜ ਸੁਭਾਅ, ਕੋਈ ਸੰਸਾਰ ਤਿਆਗਣ ਦੀ ਲੋੜ ਨਹੀਂ ਪੈਂਦੀ, ਕੋਈ ਵੱਖਰੀਆਂ ਸਮਾਧੀਆਂ ਲਾਉਣ ਦੀ ਲੋੜ ਨਹੀਂ ਪੈਂਦੀ, ਕੋਈ ਵਰਤਨ ਰਾਤੇ ਕਰਨ ਦੀ ਲੋੜ ਨਹੀਂ ਪੈਂਦੀ, ਨੰਗੇ ਪੈਰੀ ਫਿਰਨ ਦੀ ਲੋੜ ਨਹੀਂ ਪੈਂਦੀ, ਜਪ ਤਪ ਕਰਨ ਦੀ ਲੋੜ ਨਹੀਂ ਪੈਂਦੀ। ਜਦੋਂ ਤੂੰ ਮਿਹਰਬਾਨ ਹੁੰਦਾ ਹੈ ਤਾਂ ਨਿਰਯਤਨ ਹੀ ਮਨ ਵਿੱਚ ਆਵਸਤਾ ਹੈ। ਹੁਣ ਮਿਹਰਬਾਨ ਕਿਹਦੇ ਤੇ ਹੋਏਗਾ? ਜੋ ਉਹਦੀ ਮਿਹਰ ਨੂੰ ਪਾਣਾ ਚਾਹੇਗਾ, ਉਹਦੀ ਰਜ਼ਾ ਦੇ ਅੰਦਰ ਤੁਰੇਗਾ। ਜੇ ਅਸੀਂ ਰੱਬ ਦੀ ਰਜ਼ਾ ਦੇ ਪਾਤਰ ਬਣ ਜਾਈਏ ਨਾ, ਮਿਹਰ ਦੇ ਪਾਤਰ ਬਣ ਜਾਈਏ, ਤਾਂ ਆਟੋਮੈਟਿਕਲੀ ਮਨ ਵਿੱਚ ਆ ਵਸੇਗਾ। ਪਾਤਰ ਬਣਨ ਦਾ ਮਤਲਬ ਸਾਡੇ ਕੋਲ ਬਰਤਨ ਹੋਏ, ਜਿਵੇਂ ਆਪਾਂ ਸਮੁੰਦਰ ਦੀ ਮਿਸਾਲ ਆਮ ਦਿੰਦੇ ਆ ਕਿ ਸਮੁੰਦਰ ਤੇ ਜਾਈਏ ਤਾਂ ਕਿੰਨਾ ਪਾਣੀ ਮਿਲੇਗਾ? ਜਿੰਨਾ ਮਰਜ਼ੀ ਲੈ ਲਓ, ਮਿਲੇਗਾ ਓਨਾ ਜਿੰਨਾ ਬਰਤਨ ਹੋਏਗਾ। ਜੇ ਬਰਤਨ ਲੈ ਕੇ ਜਾਓਗੇ ਤਾਂ ਹੀ ਮਿਲੇਗਾ ਨਾ। ਜੇ ਬਰਤਨ ਹੀ ਨਹੀਂ ਹੈ ਤਾਂ ਫਿਰ ਪਾਣੀ ਖਾਲੀ ਹੱਥੀਂ ਆਉਣਾ ਪਏਗਾ ਨਾ। ਉਹਦੇ ਵਿੱਚ ਸਮੁੰਦਰ ਦਾ ਦੋਸ਼ ਨਹੀਂ ਹੈ। ਰੱਬ ਤਾਂ ਇੱਕ ਸਾਗਰ ਦੀ ਤਰ੍ਹਾਂ ਹੈ, ਸਮੁੰਦਰ ਦੀ ਤਰ੍ਹਾਂ ਹੈ। ਬਰਸਾਤ ਹੋ ਰਹੀ ਹੈ, ਰੱਬ ਦੀ ਰਜ਼ਾ ਬਰਸ ਰਹੀ ਹੈ, ਕਿਰਪਾ ਬਰਸ ਰਹੀ ਹੈ। ਸਾਡੇ ਕੋਲ ਪਾਤਰ ਹੋਣਾ ਚਾਹੀਦਾ ਨਾ। ਸਾਡੇ ਕੋਲ ਵਿਸ਼ਵਾਸ ਹੋਵੇ, ਪ੍ਰੀਤ ਹੋਵੇ, ਤਾਂਗ ਹੋਵੇ। ਤੇ ਜੇ ਅੰਦਰ ਤਾਂਗ ਹੈ, ਜੇ ਅੰਦਰ ਪ੍ਰੀਤ ਹੈ, ਤਾਂ ਪ੍ਰਭੂ ਅਚਿੰਤ ਬਿਨਾ ਯਤਨ ਤੋਂ ਹੀ ਆਵਸਤਾ ਹੈ। ਜਾਂ ਤੂੰ ਤੁਸੈ ਮਿਹਰਵਾਨ, ਨੌ ਨਿਧ ਘਰ ਮਹਿ ਪਾਹੇ। ਪਾਹੇ ਦਾ ਮਤਲਬ ਪਾ ਲੈਂਦੇ ਨੇ। ਨੌ ਨਿਧ ਦਾ ਮਤਲਬ ਖਜ਼ਾਨੇ, ਨਿਧ ਦਾ ਮਤਲਬ ਹੁੰਦਾ ਹੈ ਖਜ਼ਾਨੇ। ਹੇ ਮਾਲਕ, ਜਦੋਂ ਤੂੰ ਰਹਿਮਤਵਾਨ ਹੁੰਦਾ ਹੈ, ਜਦੋਂ ਕੋਈ ਤੇਰੀ ਰਹਿਮਤ ਦਾ ਪਾਤਰ ਬਣਦਾ ਹੈ, ਤਾਂ ਮਾਨੋ 9 ਖਜ਼ਾਨੇ ਹਿਰਦੇ ਵਿੱਚ ਹੀ ਲੱਭ ਪੈਂਦੇ ਨੇ। ਕੁਬੇਰ ਦੇ 9 ਖਜ਼ਾਨੇ ਮੰਨੇ ਹੋਏ ਨੇ, ਇਹ ਲੋਕਾਂ ਦੀ ਮਨੌਤ ਹੈ। 9 ਖਜ਼ਾਨੇ ਦਾ ਮਤਲਬ ਕਿ ਅਨੰਤ ਧਨ ਪਦਾਰਥ, ਖੁਸ਼ੀਆਂ ਦੇ ਖਜ਼ਾਨੇ, ਅਸੀਂ ਇਹ ਕਹਿ ਸਕਦੇ ਹਾਂ। ਤਾਂ ਹੇ ਮਾਲਕ, ਜਦ ਤੂੰ ਪ੍ਰਸੰਨ ਹੁੰਦਾ ਤਾਂ ਹਿਰਦੇ ਵਿੱਚ ਹੀ 9 ਖਜ਼ਾਨੇ ਲੱਭ ਪੈਂਦੇ ਨੇ, 9 ਨਿਧੀਆਂ ਲੱਭ ਪੈਂਦੀਆਂ। ਹੁਣ ਹਿਰਦੇ ਦੇ ਮਤਲਬ ਸੋਚ ਦੇ ਅੰਦਰ ਇਹਨਾਂ ਸਾਰੀਆਂ ਖੁਸ਼ੀਆਂ। ਮੰਨ ਲਓ ਜੇਕਰ ਕੁਬੇਰ ਦੇ ਖਜ਼ਾਨੇ ਮਿਲ ਵੀ ਜਾਣ, ਹੀਰੇ ਨੇ, ਚਾਂਦੀ, ਜਵਾਹਰਾਤ, ਸੋਨਾ ਵਗੈਰਾ, ਇਹ ਤੁਹਾਨੂੰ ਬਹੁਤ ਲੰਬੇ ਚੌੜੇ ਖਜ਼ਾਨੇ ਮਿਲ ਵੀ ਜਾਣ ਕਿਸੇ ਨੂੰ, ਹਿਮਾਲੇ ਪਰਬਤ ਜਿੰਨਾ ਸੋਨੇ ਦਾ ਮਿਲ ਜਾਏ ਕਿਸੇ ਨੂੰ, ਮੰਨ ਲਓ ਹਿਮਾਲੇ ਪਰਬਤ ਹੀ ਸੋਨੇ ਦਾ ਬਣ ਜਾਏ ਤੇ ਉਹ ਕਹਿ ਦਿੱਤਾ ਜਾਏ ਲੈ ਵੀ ਅਮੂਰ ਸਿੰਘ ਖਜ਼ਾਨਾ ਹਿਮਾਲੇ ਪਰਬਤ ਸੋਨੇ ਦਾ ਤੇ ਤੇਰਾ ਹੈ, ਜਾਂ ਤੁਹਾਡੇ ਵਿੱਚੋਂ ਕਿਸੇ ਨੂੰ ਕਹਿ ਦਿੱਤਾ ਜਾਏ ਵੀ ਤੁਹਾਡਾ ਹੈ, ਤਾਂ ਉਹਦੇ ਨਾਲ ਕੀ ਫਰਕ ਪੈਗਾ? ਕਿ ਮੇਰੀ ਸੋਚ ਉਹਦੇ ਨਾਲ ਬਦਲ ਜਾਏਗੀ? ਕਿ ਮੇਰੇ ਕੋਲ ਬਹੁਤ ਸਾਰਾ ਸੋਨਾ ਆ ਜਾਏ ਤੇ ਫਿਰ ਮੈਂ ਖੁਸ਼ ਹੋ ਜਾਵਾਂਗਾ, ਜਾਂ ਸੋਨੇ ਨਾਲ ਮੇਰੇ ਅੰਦਰ ਇਨਸਾਨੀਅਤ ਪੈਦਾ ਹੋ ਜਾਏਗੀ, ਜਾਂ ਮੇਰੇ ਵਿਕਾਰ ਮਿਟ ਜਾਣਗੇ? ਕਦੇ ਵੀ ਨਹੀਂ ਨਾ। ਤਾਂ ਇੱਥੇ ਖੁਸ਼ੀਆਂ ਦੇ ਖਜ਼ਾਨੇ ਅੰਦਰੋਂ ਹੀ ਲੱਭ ਜਾਣਗੇ। ਜੇਕਰ ਰੱਬ ਦੀ ਰਹਿਮਤ ਦੇ ਪਾਤਰ ਬਣੀਏ ਤਾਂ ਸਾਡੇ ਅੰਦਰ ਅਨੰਤ ਖਜ਼ਾਨੇ ਨੇ ਖੁਸ਼ੀਆਂ ਦੇ, ਗੁਣਾਂ ਦੇ, ਉਹਨਾਂ ਨੂੰ ਅਸੀਂ ਆਪਣੇ ਅੰਦਰੋਂ ਹੀ ਲੱਭ ਲੈਂਦੇ ਹਾਂ। ਖੁਸ਼ੀਆਂ ਬਾਹਰੋਂ ਨਹੀਂ ਆਉਂਦੀਆਂ, ਅੰਦਰੋਂ ਹੀ ਆ ਜਾਂਦੀਆਂ। ਜਾਂ ਤੂੰ ਤੁਸੈ ਮਿਹਰਬਾਨ, ਤਾਂ ਗੁਰ ਕਾ ਮੰਤਰ ਕਮਾਹੇ। ਇੱਥੇ ਮੰਤਰ ਦਾ ਮਤਲਬ ਹੈ ਉਪਦੇਸ਼। ਇਹ ਮਾਲਕ, ਜਦੋਂ ਤੂੰ ਮਿਹਰਬਾਨ ਹੁੰਦਾ ਹੈ ਨਾ, ਤਾਂ ਤੇਰੇ ਮਿਹਰਬਾਨ ਹੋਣ ਦੀ ਨਿਸ਼ਾਨੀ ਕੀ ਹੈ? ਹੁਣ ਸਾਨੂੰ ਕਿਵੇਂ ਪਤਾ ਲੱਗੇ ਕਿ ਮੇਰੇ ਤੇ ਰੱਬ ਨੇ ਰਹਿਮਤ ਕੀਤੀ ਹੈ ਕਿ ਨਹੀਂ? ਇਹਨੂੰ ਅਸੀਂ ਕਿਵੇਂ ਪਰਖੀਏ? ਤਾਂ ਗੁਰੂ ਜੀ ਕਹਿੰਦੇ ਨੇ, ਹੇ ਪ੍ਰਭੂ, ਜਦੋਂ ਤੂੰ ਕਿਸੇ ਤੇ ਮਿਹਰਬਾਨ ਹੁੰਦਾ ਹੈ ਨਾ, ਉਦੋਂ ਉਹ ਗੁਰੂ ਦਾ ਉਪਦੇਸ਼ ਕਮਾਉਣ ਲੱਗ ਪੈਂਦਾ। ਤਾਂ ਗੁਰ ਕਾ ਮੰਤਰ ਕਮਾਹੇ, ਤਾਂ ਉਹ ਜੀਵ, ਉਹ ਮਨੁੱਖ ਜਿਹੜੇ ਨੇ ਗੁਰੂ ਦੇ ਉਪਦੇਸ਼ ਨੂੰ ਕਮਾਉਣ ਲੱਗ ਪੈਂਦੇ ਨੇ।
ਕਮਾਉਣ ਦਾ ਮਤਲਬ ਉਹ ਗੁਰੂ ਦੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਦੇ ਨੇ। ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ ਔਰ ਵਿਵਹਾਰਕ ਤੌਰ ਤੇ ਉਹ ਲੋਕ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਂਦੇ ਨੇ, ਇੰਪਲੀਮੈਂਟ ਕਰਦੇ ਨੇ ਗੁਰੂ ਦੇ ਉਪਦੇਸ਼ ਨੂੰ। ਜਿਨ੍ਹਾਂ ਤੇ ਤੂੰ ਰਹਿਮਤਵਾਨ ਹੁੰਨਾ, ਇਹ ਨਿਸ਼ਾਨੀ ਹੈ। ਤੇ ਇਹਦਾ ਦੂਜਾ ਭਾਵ ਕੀ ਹੋਏਗਾ ਕਿ ਜੇ ਅਸੀਂ ਗੁਰੂ ਦੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲਈਏ ਤਾਂ ਸਾਡੇ ਤੇ ਰੱਬ ਦੀ ਰਹਿਮਤ ਹੋ ਜਾਏਗੀ। ਇੰਟਰ ਰਿਲੇਟਡ ਨੇ ਦੋਵੇਂ ਚੀਜ਼ਾਂ। ਜਿਨ੍ਹਾਂ ਤੇ ਰਹਿਮਤਵਾਨ ਹੁੰਨਾ ਹੈ ਉਹ ਗੁਰੂ ਦਾ ਸ਼ਬਦ ਕਮਾਉਂਦੇ ਨੇ, ਜਿਹੜੇ ਗੁਰੂ ਦਾ ਸ਼ਬਦ ਕਮਾਉਂਦੇ ਨੇ ਉਹਨਾਂ ਤੇ ਤੂੰ ਰਹਿਮਤਵਾਨ ਹੁੰਨਾ ਹੈ। ਇਹਦਾ ਮਤਲਬ ਰੱਬ ਦੀ ਰਹਿਮਤ ਇਹੀ ਹੈ ਕਿ ਜੇ ਅਸੀਂ ਗੁਰੂ ਦੀ ਬਾਣੀ ਅਨੁਸਾਰ ਜ਼ਿੰਦਗੀ ਜੀਵੀਏ। ਜਾਂ ਤੂੰ ਤੁਸਹਿ ਮਿਹਰਵਾਨ ਤਾਂ ਨਾਨਕ ਸੱਚ ਸਮਾਹੇ। ਇੱਥੇ ਸੱਚ ਦੇ ਚੱਚੇ ਨਾਲ ਹੈ ਸਿਹਾਰੀ, ਸੱਚ ਵਿੱਚ। ਜਿਨ੍ਹਾਂ ਤੇ ਤੂੰ ਮਿਹਰਬਾਨ ਹੁੰਦਾ ਹੈ ਉਹ ਗੁਰੂ ਦਾ ਬਚਨ ਕਮਾਉਂਦੇ ਨੇ ਔਰ ਉਹ ਸੱਚ ਵਿੱਚ ਹੀ ਲੀਨ ਹੋ ਜਾਂਦੇ ਨੇ, ਸੱਚ ਦੇ ਅੰਦਰ ਸਮਾ ਜਾਂਦੇ ਨੇ। ਇਹ ਉਹਨਾਂ ਦੀ ਨਿਸ਼ਾਨੀ ਹੈ, ਇਹ ਉਹਨਾਂ ਦੀ ਪ੍ਰਾਪਤੀ ਹੈ, ਇਹ ਉਹਨਾਂ ਦੇ ਜੀਵਨ ਦਾ ਰਿਜ਼ਲਟ ਹੈ ਕਿ ਉਹ ਸੱਚ ਦੇ ਅੰਦਰ ਸਮਾ ਜਾਂਦੇ ਨੇ। ਤੇ ਦੇਖੋ ਜਪਜੀ ਸਾਹਿਬ ਦੇ ਵਿੱਚ ਸਾਨੂੰ ਗੁਰੂ ਜੀ ਨੇ ਗੋਲ ਦਿੱਤਾ ਹੈ ਨਾ, ਕਿਵ ਸਚਿਆਰਾ ਹੋਈ ਹੈ, ਕਿ ਸਚਿਆਰ ਕਿਵੇਂ ਹੋਣਾ ਹੈ, ਸੱਚ ਵਿੱਚ ਕਿਵੇਂ ਸਮਾਣਾ ਹੈ। ਇੱਥੇ ਗੁਰੂ ਜੀ ਸਾਨੂੰ ਉਹੀ ਚੀਜ਼ ਦੱਸ ਰਹੇ ਨੇ ਕਿ ਜੇ ਤੁਸੀਂ ਇਹ ਕੰਮ ਕਰ ਲੈਂਦੇ ਹੋ ਤਾਂ ਤੁਸੀਂ ਸੱਚ ਦੇ ਅੰਦਰ ਸਮਾ ਜਾਓਗੇ। ਉਹ ਬੰਦਾ ਸੱਚ ਦੇ ਅੰਦਰ ਸਮਾ ਜਾਏਗਾ। ਤੇ ਸੱਚ ਦੇ ਅੰਦਰ ਸਮਾ ਜਾਣ ਦਾ ਮਤਲਬ ਉਹਦੀ ਸੋਚ ਵੀ ਸੱਚੀ ਹੋਏਗੀ, ਉਹਦੇ ਬੋਲ ਸੱਚੇ ਹੋਣਗੇ, ਉਹਦਾ ਬਿਹੇਵੀਅਰ ਸੱਚਾ ਹੋਏਗਾ, ਕਿਉਂਕਿ ਉਹ ਸੱਚ ਦੇ ਅੰਦਰ ਲੀਨ ਹੈ। ਉਹ ਸੱਚ ਨਾਲੋਂ ਵੱਖਰਾ ਹੈ ਹੀ ਨਹੀਂ, ਉਹਨੂੰ ਸੱਚ ਤੋਂ ਵੱਖਰਾ ਕਰ ਨਹੀਂ ਸਕਦੇ ਤੁਸੀਂ, ਕਿਉਂਕਿ ਸਮਾ ਗਿਆ। ਇੱਕ ਬੂੰਦ ਜੋ ਸਮੁੰਦਰ ਵਿੱਚ ਪੈ ਗਈ ਉਹ ਸਮੁੰਦਰ ਤੋਂ ਵੱਖਰੀ ਨਹੀਂ ਹੋਏਗੀ। ਜਿਹੜਾ ਸੱਚ ਦੇ ਅੰਦਰ ਸਮਾ ਗਿਆ ਉਹ ਸੱਚ ਤੋਂ ਵੱਖਰਾ ਹੋ ਨਹੀਂ ਸਕਦਾ। ਉਹਨੂੰ ਆਰੇ ਨਾਲ ਬੇਸ਼ੱਕ ਚੀਰ ਦੇ ਉੱਪਰ ਸੱਚ ਤੋਂ ਦੂਰ ਨਹੀਂ ਜਾਏਗਾ। ਭਾਈ ਮਤੀ ਦਾਸ ਨੂੰ ਸੱਚ ਤੋਂ ਦੂਰ ਕਿਵੇਂ ਕਰੋਗੇ? ਕੋਈ ਸਾਧਨ ਹੈ ਕਿ ਭਾਈ ਮਤੀ ਦਾਸ ਨੂੰ ਸੱਚ ਤੋਂ ਅਲੱਗ ਕਰ ਦਿਓ? ਹੁਣ ਆਰੇ ਨਾਲ ਚੀਰ ਕੇ ਦੋ ਟੁਕੜੇ ਤੇ ਕਰ ਦਿੱਤੇ ਨੇ, ਪਰ ਕੀ ਭਾਈ ਮਤੀ ਦਾਸ ਜੀ ਦੀ ਸੋਚ ਵਿੱਚੋਂ ਕੋਈ ਸੱਚ ਨੂੰ ਕੱਢ ਸਕਿਆ? ਜਾਂ ਸੱਚ ਨਾਲੋਂ ਭਾਈ ਮਤੀ ਦਾਸ ਜੀ ਦੀ ਸੋਚ ਨੂੰ ਵੱਖਰਿਆਂ ਕਰ ਸਕਿਆ? ਕਿਉਂਕਿ ਸਮਾ ਹੀ ਗਿਆ ਨਾ। ਤਾਂ ਇਸ ਤਰ੍ਹਾਂ ਬੰਦਾ ਜੋ ਸੱਚ ਦੇ ਅੰਦਰ ਲੀਨ ਹੋ ਜਾਂਦਾ ਹੈ ਉਹ ਸੱਚ ਤੋਂ ਵੱਖਰਾ ਨਹੀਂ ਹੁੰਦਾ। ਮਨ ਬਚਨ ਕਰਮ ਕਰਕੇ ਸੱਚਾ ਹੁੰਦਾ ਹੈ। ਉਹਨੂੰ ਤੁਸੀਂ ਚੀਰ ਸਕਦੇ ਹੋ, ਉਹਦੇ ਟੁਕੜੇ ਟੁਕੜੇ ਕਰ ਸਕਦੇ ਹੋ, ਚਰਖੜੀਆਂ ਤੇ ਚੜਾ ਕੇ ਤੂੰਬੇ ਉਡਾ ਸਕਦੇ ਹੋ, ਦੇਗਾਂ ਵਿੱਚ ਉਬਾਲ ਸਕਦੇ ਹੋ, ਪਰ ਉਹਦੇ ਤੋਂ ਝੂਠ ਨਹੀਂ ਬੁਲਵਾ ਸਕਦੇ। ਉਹਨੂੰ ਸੱਚ ਦੇ ਨਾਲੋਂ ਵੱਖਰਿਆ ਨਹੀਂ ਕਰ ਸਕਦੇ। ਤਾਂ ਗੁਰੂ ਜੀ ਸਾਨੂੰ ਐਸੇ ਇਨਸਾਨ ਬਣਾਉਣਾ ਚਾਹੁੰਦੇ ਨੇ। ਤਾਂ ਹੀ ਬੰਦਾ ਇਨਸਾਨ ਅਖਵਾਉਣ ਦਾ ਹੱਕਦਾਰ ਹੈ। ਤਾਂ ਹੀ ਇਸ ਦੁਨੀਆ ਦੇ ਅੰਦਰ, ਸੰਸਾਰ ਦੇ ਅੰਦਰ ਸੁਖ ਸ਼ਾਂਤੀ ਆ ਸਕਦੀ ਹੈ। ਗੁਰਦੇਵ ਨੇ ਥਾਂ ਪਰ ਥਾਂ ਕਿਹਾ ਹੈ, ਸੱਚ ਸਭ ਨਾ ਹੋਏ ਦਾਰੂ, ਪਾਪ ਕੱਢੇ ਤੋਏ। ਕਿ ਸੱਚ ਹੀ ਦਾਰੂ ਹੈ ਇਸ ਸਾਰੇ ਸੰਸਾਰ ਦਾ ਸਮੱਸਿਆਵਾਂ ਦਾ। ਮਹਿਲਾ ਪੰਜਵਾਂ, ਕੀਤੀ ਬਹਿਨ ਬਹਿਣੇ ਮੁੱਚ ਵਜਾਇਨ ਵੱਜ। ਇਹ ਬਹਿਨ ਨੂੰ ਥੋੜਾ ਜਿਹਾ ਨੰਨੇ ਨੂੰ ਭਾਰਾ ਕਰਕੇ ਬੋਲਣਾ ਹੈ, ਕਿਉਂਕਿ ਇਹ ਨੰਨੇ ਦੇ ਪੈਰ ਥੱਲੇ ਹਲੰਤ ਲੱਗਿਆ ਹੈ। ਚੌਥਾ ਹਿੱਸਾ ਹਾਹੇ ਦਾ ਬਹਿਨ ਥੋੜਾ ਭਾਰਾ ਕਰਕੇ ਬੋਲਣਾ। ਬਹਿਨ ਦਾ ਮਤਲਬ ਹੈ ਬੈਠਦੇ ਨੇ। ਤੇ ਬਹਿਣ, ਬਹਿਣੇ ਜਾਂ ਬਹਿਣ ਉਹਦਾ ਹੈ ਬੈਠਣ ਦੀ ਥਾਂ। ਬਹਿਣੇ ਦਾ ਮਤਲਬ ਬੈਠਣ ਦੀ ਜਗ੍ਹਾ। ਜੋ ਪਹਿਲਾ ਬਹਿਣ ਹੈ ਨਾ ਨੰਨੇ ਵਾਲਾ, ਉਹਦਾ ਮਤਲਬ ਬੈਠਦੇ ਨੇ। ਤੇ ਦੂਜਾ ਬਹਿਣੇ ਜਿਹੜਾ ਹੈ, ਬਹਿਣੇ ਦਾ ਮਤਲਬ ਬਹਿਣ ਦੀ ਜਗ੍ਹਾ। ਜਿਵੇਂ ਕੋਈ ਬਹਿਣ ਦਾ ਸਥਾਨ ਹੈ, ਕੁਰਸੀ ਹੈ, ਮੂਹਰਾ ਹੈ, ਕੋਈ ਤਖਤ ਹੈ, ਬਹਿਣ ਦੀ ਜਗ੍ਹਾ। ਮੁੱਚ ਦਾ ਮਤਲਬ ਬਹੁਤ ਜ਼ਿਆਦਾ। ਵਜਾਇਨ ਵੱਜ, ਵਜਾਇਨ ਦਾ ਮਤਲਬ ਵਜਾ ਗਏ, ਵੱਜ ਦਾ ਮਤਲਬ ਵਾਜੇ। ਇਸ ਜਗਤ ਵਿੱਚ ਕਈ ਲੋਕ ਐਸੇ ਨੇ ਜੋ ਬੈਠਣ ਦੀ ਥਾਂ ਸਿੰਘਾਸਨ ਤੇ ਬੈਠਦੇ ਨੇ। ਯਾਨੀ ਕਈ ਲੋਕ ਸਿੰਘਾਸਨ ਤੇ ਉੱਚੇ ਥਾਵਾਂ ਤੇ ਬੈਠ ਗਏ। ਮੁੱਚ ਵਜਾਇਨ ਵੱਜ, ਔਰ ਉਹਨਾਂ ਨੇ ਬਹੁਤ ਵਾਜੇ ਵਜਾ ਲਏ, ਆਪਣੇ ਹੁਕਮ ਦੇ ਵਾਜੇ ਵਜਾ ਲਏ। ਉਹ ਰਾਜ ਸਿੰਘਾਸਨਾਂ ਤੇ ਬਹਿ ਗਏ ਔਰ ਆਪਣੀ ਸ਼ੋਭਾ ਦੇ ਵਾਜੇ ਵਜਾ ਗਏ, ਆਪਣੇ ਹੁਕਮ ਚਲਾ ਗਏ। ਜਿਵੇਂ ਹਿਟਲਰ ਹੈ, ਔਰੰਗਜ਼ੇਬ ਹੈ, ਹੋਰ ਅਨੇਕਾਂ ਲੋਕ ਨੇ
ਜੋ ਤਖਤਾਂ ਤੇ ਬਹਿ ਗਏ, ਰਾਜ ਸਿੰਘਾਸਨ ਤੇ ਬਹਿ ਗਏ, ਉਹਨਾਂ ਨੇ ਆਪਣੇ ਵਾਜੇ ਵੀ ਵਜਾਏ, ਭਾਵ ਕਿ ਉਹਨਾਂ ਨੇ ਆਪਣਾ ਹੁਕਮ ਵੀ ਮਨਾਇਆ। ਪਰ ਗੁਰੂ ਜੀ ਕਹਿੰਦੇ ਨੇ, ਨਾਨਕ ਸੱਚੇ ਨਾਮ ਵਿਣ ਕਿਸੇ ਨਾ ਰਹੀਆ ਲੱਜ। ਸੱਚੇ ਨਾਮ ਵਿਣ ਦਾ ਮਤਲਬ ਸੱਚੇ ਦੇ ਹੁਕਮ ਤੋਂ ਬਿਨਾ, ਸੱਚੇ ਪ੍ਰਭੂ ਦੀ ਸਿਫਤ ਸਲਾਹ ਤੋਂ ਬਿਨਾ ਕਿਸੇ ਨਾ ਰਹੀਆ ਲੱਜ। ਕਿਸੇ ਦੀ ਇੱਥੇ ਇੱਜ਼ਤ ਨਹੀਂ ਰਹੀ। ਇੱਜ਼ਤ ਮਾਣ ਤਾਂ ਮਿਲੇਗਾ ਜੇ ਸੱਚ ਦੇ ਨਾਲ ਜੁੜੇਗਾ। ਸੱਚੇ ਨਾਮ, ਨਾਮ ਦਾ ਮਤਲਬ ਹੁਕਮ, ਪ੍ਰਭੂ ਦੀ ਸਿਫਤ ਸਲਾਹ। ਸੱਚੇ ਦੇ ਹੁਕਮ ਤੋਂ ਬਿਨਾ ਕਿਸੇ ਦੀ ਲੱਜ ਨਹੀਂ ਰਹੀ, ਇੱਜ਼ਤ ਨਹੀਂ ਰਹੀ, ਉਹਨੂੰ ਮਾਣ ਆਦਰ ਨਹੀਂ ਮਿਲਿਆ। ਬੇਸ਼ੱਕ ਉਹ ਆਪਣੇ ਜ਼ੋਰ ਦੇ ਨਾਲ ਤਖਤ ਤੇ ਵੀ ਬਹਿ ਗਿਆ, ਆਪਣੇ ਹੁਕਮ ਦੇ ਵਾਜੇ ਵੀ ਵਜਾ ਗਿਆ। ਹੁਣ ਹਿਟਲਰ ਨੇ ਰਾਜ ਤਾਂ ਕੀਤਾ ਹੈ, ਤਖਤ ਤੇ ਤਾਂ ਬੈਠਾ ਹੈ, ਉਹਨਾਂ ਆਪਣੇ ਵਾਜੇ ਜਿੰਨੇ ਉੱਤੋਂ ਵਜਾਏ ਗਏ ਨੇ ਵਜਾਏ ਨੇ। ਲੇਕਿਨ ਕੀ ਅੱਜ ਵੀ ਲੋਕ ਹਿਟਲਰ ਨੂੰ ਇੱਜ਼ਤ ਦੇ ਰਹੇ ਨੇ ਉਹਦੇ ਮਰਨ ਤੋਂ ਬਾਅਦ ਵੀ? ਕਿ ਅੱਜ ਵੀ ਔਰੰਗਜ਼ੇਬ ਨੂੰ ਜਾਂ ਹੋਰ ਕਿਸੇ ਬਾਦਸ਼ਾਹ ਨੂੰ ਇੱਜ਼ਤ ਦੀ ਨਜ਼ਰ ਦੇ ਨਾਲ ਵੇਖਿਆ ਜਾਂਦਾ ਹੈ? ਅੱਜ ਵੀ ਜੋ ਆਲੋਕ ਗੜਬੜ ਕਰ ਰਹੇ ਨੇ, ਜਿਵੇਂ 84 ਵਿੱਚ ਹੋਇਆ ਹੈ, ਜਾਂ ਹੋਰ ਕਈ ਥਾਵਾਂ ਤੇ ਦੰਗੇ ਫਸਾਦ ਰਾਜਨੀਤਿਕ ਲੋਕ ਕਰਵਾ ਦਿੰਦੇ ਨੇ, ਕਿ ਉਹਨਾਂ ਨੂੰ ਇੱਜ਼ਤ ਮਾਣ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ? ਇੱਜ਼ਤ ਨਹੀਂ ਮਿਲਦੀ। ਇੱਜ਼ਤ ਚਾਹੇ ਕੋਈ ਗਰੀਬ ਹੈ ਜਾਂ ਅਮੀਰ ਹੈ, ਸੱਚ ਦੇ ਨਾਲ ਜੁੜਿਆ ਹੀ ਮਿਲ ਸਕਦੀ ਹੈ। ਤਾਂ ਇਸ ਲਈ ਐਸੇ ਝੂਠੇ ਵਾਜੇ ਵਜਾਉਣ ਦਾ, ਝੂਠੇ ਹੁਕਮ ਚਲਾਉਣ ਦਾ ਕੋਈ ਲਾਭ ਨਹੀਂ ਹੈ। ਜੇ ਬੰਦਾ ਸੱਚ ਦੇ ਨਾਲ ਜੁੜ ਜਾਏ ਤਾਂ ਹੀ ਇੱਜ਼ਤ ਹੈ, ਤਾਂ ਹੀ ਮਾਣ ਹੈ, ਤਾਂ ਹੀ ਸੁੱਖ ਹੈ, ਤਾਂ ਹੀ ਸ਼ਾਂਤੀ ਹੈ। ਤਾਂ ਗੁਰੂ ਪਾਤਸ਼ਾਹ ਜੀ ਇਨਸਾਨਾਂ ਨੂੰ ਸਮਝਾ ਰਹੇ ਨੇ ਕਿ ਪਿਆਰਿਓ, ਅਨੇਕਾਂ ਲੋਕ ਇੱਥੇ ਰਾਜ ਸਿੰਘਾਸਨਾਂ ਤੇ ਬਹਿ ਕੇ ਚਲੇ ਗਏ ਨੇ, ਅਨੇਕਾਂ ਆਪਣੇ ਹੁਕਮ ਦੇ ਵਾਜੇ ਵਜਾ ਗਏ ਨੇ, ਪਰ ਉਹਨਾਂ ਦੀ ਇੱਜ਼ਤ ਨਹੀਂ ਰਹੀ ਸੱਚ ਤੋਂ ਬਿਨਾਂ। ਤੇ ਜੇ ਉਹਨਾਂ ਦੀ ਨਹੀਂ ਰਹੀ ਤਾਂ ਜੇ ਤੁਸੀਂ ਸੱਚ ਨਾਲ ਨਾ ਜੁੜੇ ਤਾਂ ਇੱਜ਼ਤ ਤੁਹਾਡੀ ਵੀ ਨਹੀਂ ਰਹਿਣੀ, ਆਉਣ ਵਾਲਿਆਂ ਦੀ ਵੀ ਨਹੀਂ ਰਹਿਣੀ। ਇੱਜ਼ਤ ਮਾਨ ਉਸੇ ਨੂੰ ਮਿਲੇਗੀ ਜੋ ਸੱਚ ਦੇ ਰਾਹ ਤੇ ਚੱਲੇਗਾ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਪੌੜੀ। ਤੁਧ ਧਿਆਇਨ ਬੇਦ ਕਤੇਬਾਂ ਸਣ ਖੜੇ। ਸਣ ਦਾ ਮਤਲਬ ਸਮੇਤ, ਕਤੇਬਾਂ ਦਾ ਮਤਲਬ ਜੋ ਸਾਮੀ ਮਤ ਦੀਆਂ ਧਰਮ ਪੁਸਤਕਾਂ ਨੇ, ਤੌਰੇਤ, ਜ਼ੰਬੂਰ, ਅੰਜੀਲ, ਕੁਰਾਨ ਆਦਿਕ। ਤੇ ਬੇਦ, ਬੇਦ ਦਾ ਮਤਲਬ ਜੋ ਹਿੰਦੂ ਮਜ਼ਹਬ ਦੇ ਧਰਮ ਗ੍ਰੰਥ ਨੇ, ਯਾਨੀ ਹਰ ਧਰਮ ਦੇ ਜੋ ਮਜ਼ਹਬਾਂ ਦੇ ਗ੍ਰੰਥ ਨੇ, ਤੇਰੇ ਦਰ ਦੇ ਉੱਤੇ ਹੈ ਪ੍ਰਭੂ ਉਹਨਾਂ ਧਰਮ ਗ੍ਰੰਥਾਂ ਨੂੰ ਪੜਨ ਵਾਲੇ, ਧਰਮ ਗ੍ਰੰਥਾਂ ਸਮੇਤ ਤੈਨੂੰ ਸਿਮਰ ਰਹੇ ਨੇ, ਤੈਨੂੰ ਧਿਆ ਰਹੇ ਨੇ, ਭਾਵ ਕਿ ਤੇਰੀ ਰਜ਼ਾ ਹੁਕਮ ਦੇ ਅੰਦਰ ਚੱਲ ਰਹੇ ਨੇ। ਯਾਨੀ ਕੋਈ ਵੀ ਹੈ, ਕਿਸੇ ਵੀ ਧਰਮ ਮਜ਼ਹਬ ਨੂੰ ਮੰਨਣ ਵਾਲਾ ਹੈ, ਕਿਸੇ ਵੀ ਧਰਮ ਗ੍ਰੰਥ ਨੂੰ ਪੜਨ ਵਾਲਾ ਹੈ, ਉਹ ਸਾਰੇ ਤੁਧ ਧਿਆਨ ਦਾ ਮਤਲਬ ਤੇਰੇ ਧਿਆਨ ਵਿੱਚ ਨੇ, ਭਾਵ ਕਿ ਤੇਰੀ ਰਜ਼ਾ ਵਿੱਚ ਨੇ, ਤੇਰੇ ਹੁਕਮ ਦੇ ਅੰਦਰ ਨੇ, ਉਹ ਤੈਨੂੰ ਹੀ ਸਿਮਰ ਰਹੇ ਨੇ, ਯਾਦ ਕਰ ਰਹੇ ਨੇ, ਭਾਵ ਕਿ ਤੇਰੇ ਹੁਕਮ ਦੇ ਅੰਦਰ ਉਹ ਚੱਲ ਰਹੇ ਨੇ, ਤੇਰੇ ਹੁਕਮ ਤੋਂ ਬਾਹਰ ਨਹੀਂ। ਗਣਤੀ ਗਣੀ ਨਾ ਜਾਏ ਤੇਰੇ ਦਰ ਪੜੇ। ਤੇਰੇ ਦਰ ਪੜੇ ਦਾ ਮਤਲਬ ਜੋ ਤੇਰੇ ਦਰ ਤੇ ਢਹਿ ਪਏ ਨੇ, ਮਤਲਬ ਜੋ ਤੇਰੀ ਸ਼ਰਨ ਵਿੱਚ ਨੇ। ਇੰਨੇ ਜੀਵ ਤੇਰੀ ਸ਼ਰਨ ਵਿੱਚ ਨੇ ਕਿ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਰੱਬੀ ਸ਼ਰਨ ਦਾ ਮਤਲਬ ਰੱਬੀ ਹੁਕਮ ਦੇ ਅੰਦਰ ਜੋ ਚੱਲ ਰਹੇ ਨੇ, ਅਸੀਂ ਉਹਨਾਂ ਦੀ ਗਿਣਤੀ ਨਹੀਂ ਨਾ ਕਰ ਸਕਦੇ। ਚਾਹੇ ਉਹ ਚੰਗੇ ਨੇ, ਮਾੜੇ ਨੇ, ਭਲੇ ਨੇ, ਬੁਰੇ ਨੇ, ਜੋ ਕੁਝ ਵੀ ਹੈ ਸਭ ਰੱਬੀ ਰਜ਼ਾ ਦੇ ਅੰਦਰ ਚੱਲ ਰਿਹਾ ਹੈ, ਉਹ ਤੇਰੇ ਰਾਜਾ ਦੇ ਵਿੱਚ ਹੀ ਚੱਲ ਰਹੇ ਨੇ, ਉਹਨਾਂ ਦੀ ਗਿਣਤੀ ਕੀਤੀ ਨਹੀਂ ਜਾ ਸਕਦੀ। ਬ੍ਰਹਮੇ ਤੁਧ ਧਿਆਇਨ ਇੰਦਰ ਇੰਦਰਾਸਨਾ। ਕਈ ਬ੍ਰਹਮੇ ਤੇ ਸਿੰਘਾਸਨਾਂ ਵਾਲੇ, ਕਈ ਇੰਦਰ ਤੈਨੂੰ ਧਿਆਉਂਦੇ ਨੇ, ਭਾਵ ਤੇਰੇ ਹੁਕਮ ਦੇ ਵਿੱਚ ਨੇ। ਚਾਹੇ ਕੋਈ ਬ੍ਰਹਮਾ ਹੈ, ਇੰਦਰ ਹੈ, ਕਿਉਂਕਿ ਲੋਕਾਂ ਦੀ ਮਨੌਤ ਹੈ ਨਾ ਕਿ ਉਹ ਦੇਵਤੇ ਕੁਝ ਕਰ ਸਕਦੇ ਨੇ। ਕੋਈ ਦੇਵਤਾ ਸੰਸਾਰ ਨੂੰ ਬਣਾ ਸਕਦਾ ਹੈ ਜਾਂ ਬਣਾਇਆ ਹੈ ਉਹਨੇ, ਕੋਈ ਦੇਵਤਾ ਸੰਸਾਰ ਨੂੰ ਪਾਲ ਰਿਹਾ ਹੈ ਜਾਂ ਪਾਲ ਸਕਦਾ ਹੈ, ਕੋਈ ਦੇਵਤਾ ਸੰਸਾਰ ਨੂੰ ਮਾਰ ਸਕਦਾ ਹੈ ਜਾਂ ਮਾਰ ਰਿਹਾ ਹੈ, ਕੋਈ ਦੇਵਤਾ ਬਰਸਾਤ ਲਿਆ ਸਕਦਾ ਹੈ ਔਰ ਲਿਆ ਰਿਹਾ ਹੈ। ਇਹ ਚੀਜ਼ਾਂ ਮਨੌਤ, ਲੋਕਾਂ ਦੀ ਮਨੌਤ। ਤਾਂ ਗੁਰੂ ਪਾਤਸ਼ਾਹ ਜੀ ਇੱਥੇ ਕਹਿੰਦੇ ਨੇ ਉਹ ਤੇਰੇ ਦਰ ਦੇ ਉੱਤੇ ਖੜੇ ਤੈਨੂੰ ਧਿਆ ਰਹੇ ਨੇ, ਭਾਵ ਤੇਰੀ ਹੁਕਮ ਵਿੱਚ ਨੇ, ਰਜ਼ਾ ਵਿੱਚ ਨੇ, ਤੇਰੀ ਰਜ਼ਾ ਤੋਂ ਬਾਹਰ ਕੁਝ ਵੀ ਨਹੀਂ, ਤੇਰੀ ਰਜ਼ਾ ਦੇ ਅੰਦਰ ਨੇ, ਰਜ਼ਾ ਤੋਂ ਬਾਹਰ ਇੱਥੇ ਕੁਝ ਵੀ ਨਹੀਂ ਔਰ ਨਾ ਹੀ ਕੋਈ ਕੁਝ ਕਰ ਸਕਦਾ ਹੈ। ਸ਼ੰਕਰ ਬਿਸ਼ਨ ਅਵਤਾਰ ਹਰ ਜਸ ਮੁਖ ਪਨਾ। ਸ਼ਿਵ ਜੀ
ਔਰ ਵਿਸ਼ਨੂੰ ਵਰਗੇ ਅਵਤਾਰ ਹਰੀ ਦੇ ਗੁਣ ਮੂੰਹੋਂ ਬੋਲਦੇ ਨੇ। यानी कई शिव विष्णु और विष्णु ਦੇ ਅਵਤਾਰ ਇਹ ਸਭ ਤੇਰਾ ਜਸ ਮੂੰਹੋਂ ਉਚਾਰ ਰਹੇ ਨੇ। ਕਿਉਂਕਿ ਹਿੰਦੂ ਵੀਰ ਮੰਨਦੇ ਨੇ ਕਿ ਵਿਸ਼ਨੂੰ ਭਗਵਾਨ ਦੇ ਕਈ ਸਾਰੇ ਅਵਤਾਰ ਨੇ, ਜਿਵੇਂ ਰਾਮ ਹੈ, ਕ੍ਰਿਸ਼ਨ ਹੈ ਜਾਂ ਹੋਰ ਨੇ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਸਾਰੇ ਤੇਰਾ ਹੀ ਜਸ ਉਚਾਰਨ ਕਰ ਰਹੇ ਨੇ। ਤੇਰੇ ਹੁਕਮ ਤੋਂ ਬਾਹਰ ਕੋਈ ਵੀ ਅਵਤਾਰ ਆਦਿਕ ਨਹੀਂ ਹੈ। ਉਹ ਤੇਰਾ ਹੀ ਜਸ ਉਚਾਰਨ ਕਰਦੇ ਨੇ, ਤੇਰੀ ਹੀ ਸਿਫਤ ਕਰਦੇ ਨੇ, ਤੇਰੀ ਹੀ ਰਜ਼ਾ ਵਿੱਚ ਤੁਰਦੇ ਨੇ। ਪੀਰ ਪਿਕਾਂਬਰ ਸ਼ੇਖ ਮਸਾਇਕ ਔਲੀਏ। ਪਿਕਾਂਬਰ ਦਾ ਮਤਲਬ ਪੈਗੰਬਰ, ਮਸਾਇਕ ਦਾ ਮਤਲਬ ਕਈ, ਸ਼ੇਖ, ਔਲੀਏ ਦਾ ਮਤਲਬ ਵਲੀ। ਪੀਰ ਦਾ ਮਤਲਬ ਜੋ ਰੂਹਾਨੀ ਰਹਿਬਰ ਨੇ, ਜਿਨ੍ਹਾਂ ਦੀ ਲੋਕ ਪੂਜਾ ਕਰਦੇ ਨੇ ਧਰਮ ਦੀ ਦੁਨੀਆ ਵਿੱਚ। ਸ਼ੇਖ ਦਾ ਮਤਲਬ, ਪਿਕਾਂਬਰ ਦਾ ਮਤਲਬ ਪੈਗੰਬਰ, ਨਬੀ, ਰਸੂਲ ਆਦਿਕ। ਸ਼ੇਖ ਦਾ ਮਤਲਬ ਧਰਮ ਉਪਦੇਸ਼ਕ, ਔਰ ਮਸਾਇਕ ਦਾ ਮਤਲਬ ਸਮੂਹ ਸ਼ੇਖ, ਜਿਨ੍ਹਾਂ ਨੂੰ ਕਰਾਮਾਤੀ ਬੰਦੇ ਕਿਹਾ ਜਾਂਦਾ ਹੈ। ਇਹ ਸਭ ਤੈਨੂੰ ਹੀ ਸਿਮਰ ਰਹੇ ਨੇ, ਇਹ ਸਭ ਤੇਰੀ ਹੀ ਰਜ਼ਾ ਵਿੱਚ ਨੇ। ਤੇਰੀ ਰਜ਼ਾ ਭਾਣੇ ਤੋਂ ਬਾਹਰ ਕੋਈ ਵੀ ਨਹੀਂ। ਓਤ ਪੋਤ ਨਿਰੰਕਾਰ ਘਟ ਘਟ ਮੌਲੀਏ। ਓਤ ਪੋਤ, ਓਤ ਦਾ ਮਤਲਬ ਉਣਿਆ ਹੋਇਆ ਤੇ ਪ੍ਰੋਤ ਦਾ ਮਤਲਬ ਪਰੋਤਾ ਹੋਇਆ, ਯਾਨੀ ਤਾਣਾ ਔਰ ਪੇਟਾ। ਤਾਣਾ ਪਹਿਲਾਂ ਉਣੀ ਦਾ ਨਾ, ਤਣੀ ਦਾ ਹੈ ਤਾਣਾ, ਤੇ ਉਸ ਤਾਣੇ ਦੇ ਅੰਦਰ ਫਿਰ ਦੂਜੇ ਪਾਸਿਓਂ ਦੀ ਜੋ ਪਾਈਦਾ ਉਹਨੂੰ ਕਹਿੰਦੇ ਨੇ ਪੇਟਾ। ਯਾਨੀ ਤਾਣਾ ਔਰ ਪੇਟਾ। ਘਟ ਘਟ ਦਾ ਮਤਲਬ ਹਰ ਹਿਰਦੇ ਵਿੱਚ, ਮੌਲੀਏ ਦਾ ਮਤਲਬ ਪ੍ਰਫੁੱਲਤ, ਮੌਲ ਰਿਹਾ ਹੈ, ਪ੍ਰਫੁੱਲਤ ਹੈ। ਹੇ ਨਿਰੰਕਾਰ, ਤਾਣੇ ਔਰ ਪੇਟੇ ਵਾਂਗ ਹਰੇਕ ਸਰੀਰ ਦੇ ਅੰਦਰ ਤੂੰ ਹੀ ਮੌਲ ਰਿਹਾ ਹੈ। ਯਾਨੀ ਹਰ ਸਰੀਰ ਦੇ ਅੰਦਰ ਤੂੰ ਹੈ। ਤਾਣੇ ਪੇਟੇ ਵਾਂਗ ਇਸ ਸੰਸਾਰ ਦੇ ਅੰਦਰ ਤੂੰ ਰਮਿਆ ਹੋਇਆ ਹੈ। ਤਾਂ ਦੇਖੋ, ਹਰ ਸ਼ਬਦ ਦੇ ਅੰਦਰ ਗੁਰੂ ਸਾਹਿਬ ਜੀ ਪ੍ਰਭੂ ਦੀ ਸਰਬ ਵਿਆਪਕਤਾ ਦਰਸਾ ਰਹੇ ਨੇ ਕਿ ਉਹ ਤਾਣੇ ਔਰ ਪੇਟੇ ਦੀ ਤਰ੍ਹਾਂ ਹਰ ਸਰੀਰ ਵਿੱਚ ਮੌਲਿਆ ਹੋਇਆ ਹੈ। ਮੈਂ ਰੱਬ ਤੋਂ ਤੇ ਰੱਬ ਮੇਰੇ ਤੋਂ ਵੱਖਰਾ ਨਹੀਂ ਹੈ। ਤਾਣੇ ਪੇਟੇ ਦੀ ਤਰ੍ਹਾਂ ਇੱਕ ਸਾਰੇ ਸੰਸਾਰ ਦੇ ਅੰਦਰ ਤੂੰ ਪਰੁੱਚਾ ਹੋਇਆ ਹੈ, ਵਿਆਪਕ ਹੈ, ਹਰ ਇੱਕ ਦੇ ਅੰਦਰ ਹੈ। ਤਾਂ ਸਾਨੂੰ ਇਹ ਚੀਜ਼ ਸਮਝਾਈ ਜਾ ਰਹੀ ਹੈ ਕਿ ਪਿਆਰਿਓ, ਤੁਸੀਂ ਰੱਬ ਤੋਂ ਵੱਖ ਨਹੀਂ ਹੋ। ਆਪਣੇ ਆਪ ਨੂੰ ਵੇਖੋ, ਆਪਣੇ ਮੂਲ ਨੂੰ ਸਮਝੋ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਫੀਲ ਕਰੋ ਇਸ ਚੀਜ਼ ਨੂੰ, ਅਨੁਭਵ ਕਰੋ ਇਸ ਚੀਜ਼ ਨੂੰ। ਤੁਹਾਡੇ ਅੰਦਰ ਰੱਬੀ ਗੁਣ ਮੌਜੂਦ ਨੇ, ਉਹਨਾਂ ਨੂੰ ਵਰਤੋ, ਉਸ ਤਰ੍ਹਾਂ ਦੇ ਬਣਨ ਦਾ ਯਤਨ ਕਰੋ। ਕੂੜੋਂ ਕਰੇ ਵਿਨਾਸ਼ ਧਰਮੇ ਤੱਗੀਏ। ਇਹਨੂੰ ਵਿਨਾਸ਼ ਨਹੀਂ ਪੜਨਾ, ਅਨਾਣਾ ਬੋਲਣਾ ਹੈ, ਵਿਨਾਸ਼। ਕੂੜੋਂ ਕਰੇ ਵਿਨਾਸ਼ ਧਰਮੇ ਤੱਗੀਏ। ਤੱਗੀਏ ਦਾ ਮਤਲਬ ਵਧੀ ਫੁੱਲੀ ਦਾ ਹੈ, ਤੋੜ ਨਿਭ ਜਾਈਦਾ। ਕੂੜੋਂ ਦਾ ਮਤਲਬ ਝੂਠ ਦੇ ਕਾਰਨ, ਤੇ ਵਿਨਾਸ਼ ਦਾ ਮਤਲਬ ਹੈ ਨਾਸ਼ ਕਰ ਦੇਣਾ। ਝੂਠ ਦੇ ਕਾਰਨ ਜੀਵ ਆਪਣੇ ਆਪ ਦਾ ਨਾਸ਼ ਕਰ ਲੈਂਦਾ ਹੈ। ਕੂੜੋਂ ਕਰੇ ਵਿਨਾਸ਼, ਕੂੜੋਂ ਦਾ ਮਤਲਬ ਝੂਠ ਕਰਕੇ, ਕਰੇ ਵਿਨਾਸ਼ ਦਾ ਮਤਲਬ ਬੰਦਾ ਆਪਣੇ ਆਪ ਦਾ ਨਾਸ਼ ਕਰ ਲੈਂਦਾ, ਆਪਣਾ ਨਾਸ਼ ਮਾਰ ਲੈਂਦਾ, ਆਪਣੇ ਅੰਦਰੋਂ ਇਨਸਾਨੀਅਤ ਮੁਕਾ ਲੈਂਦਾ ਹੈ, ਆਪਣੇ ਅੰਦਰ ਹੈਵਾਨੀਅਤ ਪੈਦਾ ਕਰ ਲੈਂਦਾ ਹੈ, ਆਪਣੀ ਆਤਮਿਕ ਜ਼ਿੰਦਗੀ ਬਰਬਾਦ ਕਰ ਲੈਂਦਾ ਹੈ, ਖੁਸ਼ੀਆਂ ਖਤਮ ਕਰ ਲੈਂਦਾ ਹੈ। ਝੂਠ ਦੇ ਕਾਰਨ ਬੜੇ ਵੱਡੇ ਵੱਡੇ ਰਿਸ਼ਤੇ ਨਾਤੇ ਤੋੜ ਲੈਂਦਾ ਹੈ, ਆਪਣਾ ਸਤਿਆਨਾਸ਼ ਮਾਰ ਲੈਂਦਾ ਨਾ, ਬੰਦਾ ਆਪ ਮਾਰ ਰਿਹਾ ਹੈ। ਕੂੜੋਂ ਕਰੇ ਵਿਨਾਸ਼, ਝੂਠ ਦੇ ਕਾਰਨ ਆਪਣੇ ਆਪ ਦਾ ਨਾਸ਼ ਕਰ ਲੈਂਦਾ ਹੈ। ਧਰਮੇ ਤੱਗੀਏ ਦਾ ਮਤਲਬ ਧਰਮ ਦੀ ਰਾਹੀਂ ਜੀਵਾਂ ਦੀ ਤੋੜ ਨਿਭ ਜਾਂਦੀ ਹੈ, ਯਾਨੀ ਉਹ ਜਿੱਤ ਜਾਂਦਾ ਹੈ, ਵੱਧਦਾ ਔਰ ਫੁੱਲਦਾ ਹੈ ਜੋ ਸੱਚਾਈ ਦੇ ਰਾਹ ਤੇ ਚੱਲਦਾ ਹੈ। ਤਾਂ ਜੇ ਅਸੀਂ ਸੱਚਾਈ ਨੂੰ ਅਪਣਾਈਏ, ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ। ਤਾਂ ਜੇ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰਿਆਂ ਕਰਿਆ ਜਾਏ ਤਾਂ ਫਿਰ ਬੰਦਾ ਸਫਲ ਹੋ ਜਾਂਦਾ ਹੈ। ਉਹਦੇ ਅੰਦਰ ਇਨਸਾਨੀਅਤ ਪੈਦਾ ਹੋ ਜਾਂਦੀ ਹੈ, ਉਹਨੂੰ ਆਤਮਿਕ ਜੀਵਨ ਮਿਲਦਾ ਹੈ, ਖੁਸ਼ੀਆਂ ਮਿਲਦੀਆਂ ਨੇ, ਖੇੜੇ ਮਿਲਦੇ ਨੇ, ਪ੍ਰਸੰਨਤਾ ਵਿੱਚ ਰਹਿੰਦਾ ਹੈ, ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਝੂਠ ਦੇ ਕਾਰਨ ਬੰਦਾ ਆਪਣਾ ਵਿਨਾਸ਼ ਕਰ ਲੈਂਦਾ ਹੈ, ਸੱਚ ਦੇ ਰਾਹਾਂ ਤੇ ਚੱਲਿਆ ਇਹਦੀ ਤੋੜ ਨਿਭ ਜਾਂਦੀ ਹੈ, ਜਿੱਤ ਜਾਂਦਾ ਹੈ। ਹੁਣ ਚੁਆਇਸ ਇਹਦੀ ਆਪਣੀ ਹੈ, ਫੈਸਲਾ ਇਹਦਾ ਆਪਣਾ ਹੈ। ਤੇ ਜਦੋਂ ਇਸ ਪੰਕਤੀ ਨੂੰ ਬੇਸ ਬਣਾ ਕੇ ਅਸੀਂ ਆਪਣੇ ਵੱਲ, ਆਪਣੇ ਪਰਿਵਾਰਾਂ ਜਾਂ ਸਮਾਜ ਵੱਲ ਵੇਖਾਂਗੇ ਤਾਂ ਵਾਸਤਵ ਦੇ ਅੰਦਰੋਂ ਇੱਕ ਆਵਾਜ਼ ਆਏਗੀ ਕਿ ਬੰਦੇ ਨੇ ਝੂਠ ਦੇ ਕਾਰਨ
ਫਰੇਬਾਂ ਦੇ ਕਾਰਨ ਆਪਣਾ ਨਾਸ ਕੀਤਾ ਹੋਇਆ ਹੈ। ਨਹੀਂ ਤਾਂ ਬੰਦਾ ਤੇ ਰੱਬ ਦਾ ਰੂਪ ਹੈ। ਜੇ ਸੱਚ ਦੇ ਨਾਲ ਬੰਦਾ ਜੁੜੇ ਤਾਂ ਕਿੱਥੇ ਪਹੁੰਚ ਸਕਦਾ ਹੈ? ਕੈਸਾ ਇਹਦਾ ਜੀਵਨ, ਕੈਸਾ ਇਹਦਾ ਸੰਸਾਰ ਹੋ ਸਕਦਾ ਹੈ? ਜਿਤ ਜਿਤ ਲਾਏ ਹੈ ਆਪ ਤਿਤ ਤਿਤ ਲੱਗੀ ਹੈ। ਇਹਨੂੰ ਲਾਹੇ ਨਹੀਂ ਪੜਨਾ। ਲਾਹੇ ਤਾਂ ਬਣੇਗਾ ਜੇ ਵਿਚਕਾਰ ਈੜੀ ਨਾ ਹੋਵੇ। ਇਸ ਲਈ ਈੜੀ ਦਾ ਥੋੜਾ ਜਿਹਾ ਉਚਾਰਨ ਕਰਨਾ ਹੈ। ਇਹ ਈੜੀ ਨੂੰ ਥੋੜਾ ਜਿਹਾ ਲਮਕਾ ਦਿਓਗੇ ਤੇ ਉਚਾਰਨ ਬੜਾ ਸੌਖਾ ਹੋ ਜਾਏਗਾ। ਜਿਤ ਜਿਤ ਲਾਏ ਹੈ ਈੜੀ ਨੂੰ ਲਮਕਾ ਦੋਗੇ ਤੇ ਹੈ ਬੋਲ ਜਾਏਗਾ। ਜਿਤ ਜਿਤ ਲਾਏ ਹੈ ਆਪ ਤਿਤ ਤਿਤ ਲੱਗੀ ਹੈ। ਲਾਏ ਹੈ ਦਾ ਮਤਲਬ ਲਾਂਦਾ ਹੈ। ਜਿੱਧਰ ਜਿੱਧਰ ਜੀਵਾਂ ਨੂੰ ਤੂੰ ਲਾਂਦਾ ਹੈ ਉਧਰ ਉਧਰ ਹੀ ਲੱਗ ਸਕੀਦਾ ਹੈ। ਜਿੱਧਰ ਜਿੱਧਰ ਤੂੰ ਲਾਂਦਾ ਹੈ ਮਤਲਬ ਜਿੱਧਰ ਜਿੱਧਰ ਤੇਰਾ ਹੁਕਮ ਹੈ, ਜਿਵੇਂ ਤੇਰਾ ਸਿਸਟਮ ਹੈ, ਉਸ ਸਿਸਟਮ ਮੁਤਾਬਕ ਹੀ ਤੂੰ ਜੀਵਾਂ ਨੂੰ ਇਸ ਸੰਸਾਰ ਦੇ ਅੰਦਰ ਤੋਰਦਾ ਹੈ। ਭਾਵ ਕਿ ਤੇਰੇ ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਤੇਰੇ ਹੁਕਮ ਅਨੁਸਾਰ ਹੀ ਜੀਵ ਜੰਤ ਇਸ ਸੰਸਾਰ ਦੇ ਅੰਦਰ ਚੱਲਦੇ ਨੇ। ਤਾਂ ਇਹਦਾ ਮਤਲਬ ਕਿ ਜੇ ਅਸੀਂ ਚਾਹੀਏ ਤਾਂ ਅਸੀਂ ਸੱਚ ਦੇ ਰਾਹਾਂ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਕਰ ਸਕਦੇ ਹਾਂ, ਔਰ ਜੇ ਅਸੀਂ ਚਾਹੀਏ ਤਾਂ ਕੂੜ ਦੇ ਰਾਹਾਂ ਦੇ ਉੱਤੇ ਚੱਲ ਕੇ ਅਸੀਂ ਆਪਣਾ ਵਿਨਾਸ਼ ਕਰ ਸਕਦੇ ਹਾਂ। ਗੁਰੂ ਜੀ ਰਹਿਮਤ ਕਰਨ, ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਦੀ ਵਿਚਾਰ ਕਰੀਏ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੀਏ, ਸੱਚ ਦੇ ਰਾਹਾਂ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਕਰੀਏ ਔਰ ਇਸ ਸੰਸਾਰ ਨੂੰ ਸਵਰਗ ਦੇ ਅੰਦਰ ਬਦਲਣ ਦਾ ਯਤਨ ਕਰੀਏ। ਇਹ ਸਾਡਾ ਸਾਰਿਆਂ ਦਾ ਹੱਕ ਵੀ ਹੈ ਔਰ ਸਾਡਾ ਸਾਰਿਆਂ ਦਾ ਫਰਜ਼ ਵੀ ਹੈ। ਇੱਥੇ ਮੈਂ ਸਮਾਪਤੀ ਕਰਦਾ ਜੀ ਅੱਜ ਦੀ ਇਸ ਵਿਚਾਰ ਵਿੱਚ। ਜੇ ਕਿਸੇ ਵੀਰ ਭੈਣ ਦਾ ਕੋਈ ਛੋਟਾ ਮੋਟਾ ਸਵਾਲ ਹੈ ਤਾਂ ਉਹ ਪੁੱਛ ਸਕਦੇ ਹੋ, ਔਰ ਜੇ ਆਪਣਾ ਕਿਸੇ ਨੇ ਵਿਚਾਰ ਦੇਣੇ ਨੇ ਤਾਂ ਉਹ ਆਪਣੇ ਵਿਚਾਰ ਵੀ ਦੱਸ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।